Hello students, this is Dr. Amit Juneja, lecturer economics, Shahid Balwinder Singh Government Senior Secondary Smart School, Sabuana, District Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਇਸ ਲੈਕਚਰ ਦੇ ਵਿੱਚ। ਅੱਜ ਆਪਾਂ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਜਿਹੜਾ ਹੈ ਉਹ ਕਰਨ ਜਾ ਰਹੇ ਹਾਂ, ਮੰਗ ਦੇ ਸਿਧਾਂਤ ਦੇ ਨਾਲ ਸੰਬੰਧਿਤ। ਉਹ ਟੌਪਿਕ ਆਪਾਂ ਇਸ ਕਰਕੇ ਕਰਨ ਜਾ ਰਹੇ ਹਾਂ ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਆਪਾਂ ਕੁਝ ਮਿਲਦੀਆਂ ਜੁਲਦੀਆਂ ਚੀਜ਼ਾਂ ਨੇ ਜਿਨ੍ਹਾਂ 'ਚ ਆਪਾਂ ਕਨਫਿਊਜ਼ ਹੋ ਜਾਂਦੇ ਆ। ਤਾਂ ਅੱਜ ਆਪਾਂ ਉਸ ਕਨਫਿਊਜ਼ਨ ਨੂੰ ਜਿਹੜਾ ਹੈ ਉਹ ਆਪਾਂ ਦੂਰ ਕਰਾਂਗੇ। ਉਹ ਕਨਫਿਊਜ਼ਨ ਕਿਸ ਕਰਕੇ ਪੈਦਾ ਹੁੰਦੀ ਹੈ, ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖਦੇ ਹਾਂ। ਦੇਖੋ, ਜਦੋਂ ਆਪਾਂ ਮੰਗ ਫਲਨ ਕੀਤਾ ਸੀ ਜਾਂ ਮੈਂ ਤੁਹਾਨੂੰ ਕਿਹਾ ਸੀ ਕਿ ਮੰਗ ਫਲਨ ਲਿਖੋ, ਜਾਂ ਇੱਕ ਚੀਜ਼ ਹੋਰ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਕਿ ਮੰਗ ਨੂੰ ਪ੍ਰਭਾਵਿਤ, ਜਾਂ ਇੱਕ ਵਰਡ ਹੋਰ ਆਪਾਂ ਯੂਜ਼ ਕੀਤਾ ਸੀ ਨਿਰਧਾਰਿਤ ਕਰਨ ਵਾਲੇ ਤੱਤ। ਠੀਕ ਹੈ, ਮੰਗ ਫਲਨ ਬੋਲੋ ਜਾਂ ਮੰਗ ਨੂੰ ਨਿਰਧਾਰਿਤ ਕਰਨ ਵਾਲੇ ਜਾਂ ਮੰਗ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਜਿਹੜੇ ਨੇ ਉਹ ਦੇਖੋ। ਤਾਂ ਆਪਾਂ ਉਹਦੇ ਵਿੱਚ ਕੀ ਕਿਹਾ ਸੀ, ਆਪਾਂ ਕਿਹਾ ਸੀ ਵੀ ਅਗਰ ਆਪਾਂ ਮੰਗ ਫਲਨ ਦੀ ਗੱਲ ਕਰਦੇ ਹਾਂ ਤਾਂ ਜਿਸ ਵੀ ਚੀਜ਼ ਦੇ ਨਾਲ ਫਲਨ ਸ਼ਬਦ ਜਿਹੜਾ ਹੈ ਉਹ ਲੱਗ ਜਾਂਦਾ ਹੈ ਤਾਂ ਉਹ ਕੀ ਹੁੰਦੀ ਹੈ, ਉਹ ਚੀਜ਼ ਬਣ ਜਾਂਦੀ ਹੈ ਨਿਰਭਰ ਚਰ। ਆਪਾਂ ਯਾਦ ਕਰੋ ਵੀ ਜਦੋਂ ਆਪਾਂ ਮੰਗ ਫਲਨ ਕੀਤਾ ਸੀ ਮੈਂ ਤੁਹਾਨੂੰ ਸਮਝਾਇਆ ਸੀ ਵੀ ਜਿਸ ਵੀ ਚੀਜ਼ ਦੇ ਨਾਲ ਫਲਨ ਸ਼ਬਦ ਲੱਗੇਗਾ ਉਹ ਕੀ ਹੋਏਗਾ, ਉਹ ਨਿਰਭਰ ਚਰ ਬਣ ਜਾਏਗਾ। ਯਾਨੀ ਮੰਗ ਕੀ ਹੈ, ਹੁਣ ਇੱਕ ਨਿਰਭਰ ਚਰ ਹੈ। ਤੇ ਜਿਹੜੇ ਨਿਰਭਰ ਚਰ ਨੇ ਉਹਨੂੰ ਆਪਾਂ ਖੱਬੇ ਪਾਸੇ ਰੱਖਦੇ ਆ। ਇੱਧਰ ਕੀ ਹੋ ਗਿਆ, f ਆ ਗਿਆ। f ਕੀ ਹੈ, ਉਹ ਫਲਨ ਹੈ। ਹੁਣ ਮੰਗ ਫਲਨ, ਫਲਨ ਕੀ ਕਰਦਾ ਹੈ, ਉਹ ਜਿਹੜਾ ਨਿਰਭਰ ਚਰ ਹੈ ਜੋ ਕਿ ਆਪਣਾ ਮੰਗ ਹੈ, ਜੋ ਕਿ ਆਪਣਾ ਨਿਰਭਰ ਚਰ ਹੈ, ਉਹਦੀ ਨਿਰਭਰਤਾ ਦਿਖਾਉਂਦਾ ਹੈ ਕਿੰਦੇ ਉੱਪਰ। ਹੁਣ ਆਬਵੀਅਸ ਹੈ ਵੀ ਅਗਰ ਨਿਰਭਰ ਚਰ ਕਿਸੇ ਚਰ ਤੇ ਨਿਰਭਰ ਕਰੇਗਾ ਤਾਂ ਕਿੰਦੇ ਤੇ ਕਰੇਗਾ, ਸੁਤੰਤਰ ਚਰ ਤੇ। ਸੁਤੰਤਰ ਚਰ ਕਿਹੜੇ, ਇਹ ਜੇ ਚਰ ਜਿਨ੍ਹਾਂ ਦੇ ਵਿੱਚ ਪਹਿਲਾ ਬਦਲਾਵ ਆਉਂਦਾ ਹੈ। ਠੀਕ ਹੈ, ਤਾਂ ਹੁਣ ਪਹਿਲਾ ਬਦਲਾਵ ਕਿੰਦੇ ਚ ਆਏਗਾ, ਕੀਮਤ ਦੇ ਵਿੱਚ ਆਏਗਾ। ਠੀਕ ਹੈ, ਹੋਰ ਕੀ ਹੋਏਗਾ, ਇੱਥੇ ਆਪਾਂ ਸੰਬੰਧਿਤ ਵਸਤੂਆਂ ਦੀ ਕੀਮਤ ਚ ਬਦਲਾਵ ਆ ਸਕਦਾ ਹੈ, ਆਮਦਨ ਵਿੱਚ ਬਦਲਾਵ ਆ ਸਕਦਾ ਹੈ, ਫੈਸ਼ਨ ਦੇ ਵਿੱਚ ਬਦਲਾਵ ਆ ਸਕਦਾ ਹੈ, ਰੁਚੀਆਂ ਦੇ ਵਿੱਚ ਬਦਲਾਵ ਆ ਸਕਦਾ ਹੈ। ਠੀਕ ਹੈ, ਫਿਰ ਸਰਕਾਰੀ ਨੀਤੀ ਵਿੱਚ ਬਦਲਾਵ ਆ ਸਕਦਾ ਹੈ, ਜਨਸੰਖਿਆ ਦੇ ਵਿੱਚ ਬਦਲਾਵ ਆ ਸਕਦਾ ਹੈ। ਠੀਕ ਹੈ, ਤਾਂ ਉਸ ਤੋਂ ਬਾਅਦ ਬਚਤ ਵਿੱਚ ਬਦਲਾਵ ਆ ਸਕਦਾ ਹੈ, ਆਪ ਜਿਹੜੀ ਹੈ ਜਾਇਦਾਦ ਦੇ ਵਿੱਚ ਬਦਲਾਵ ਆ ਸਕਦਾ ਹੈ। ਤਾਂ ਇਹ ਸਾਰੀਆਂ ਚੀਜ਼ਾਂ, ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਨਾਂ ਦੀ ਆਪਾਂ ਗੱਲ ਕੀਤੀ ਸੀ ਮੰਗ ਫਲਨ ਦੇ ਵਿੱਚ। ਵੀ ਹੁਣ ਜਿਹੜੀ ਮੰਗ ਹੈ ਉਹ ਕੀ ਹੈ, ਉਹ ਇੱਕ ਨਿਰਭਰ ਚਰ ਹੈ ਜਿਹੜੀ ਕੀ ਕਰਦੀ ਹੈ, ਆ ਸਾਰੇ ਜਿਹੜੇ ਕਿ ਸੁਤੰਤਰ ਚਰ ਨੇ ਇਹਨਾਂ ਦੇ ਉੱਪਰ ਨਿਰਭਰ ਕਰਦੀ ਹੈ। ਮਤਲਬ ਅਗਰ ਇਹਨਾਂ ਚਰਾਂ ਦੇ ਵਿੱਚ ਕੋਈ ਬਦਲਾਵ ਆਂਦਾ ਹੈ ਤਾਂ ਉਹਦਾ ਨਤੀਜਾ ਇਹ ਨਿਕਲੇਗਾ ਵੀ ਕੀ ਹੋਏਗਾ, ਜਿਹੜੀ ਆਪਣੀ ਮੰਗ ਹੈ ਜੋ ਕਿ ਆਪਣਾ ਨਿਰਭਰ ਚਰ ਹੈ ਉਹ ਕੀ ਹੋ ਜਾਏਗਾ, ਬਦਲ ਜਾਏਗੀ। ਠੀਕ ਹੈ, ਯਾਨੀ ਮੰਗ ਕੀ ਕਰ ਰਹੀ ਹੈ, ਨਿਰਭਰ ਕਰ ਰਹੀ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ। ਮਤਲਬ ਕੀਮਤ ਦੇ ਉੱਪਰ, ਸੰਬੰਧਿਤ ਵਸਤੂਆਂ ਦੀ ਕੀਮਤ ਦੇ ਉੱਪਰ, ਆਮਦਨ ਦੇ ਉੱਪਰ, ਫੈਸ਼ਨ, ਰੁਚੀਆਂ, ਸਰਕਾਰੀ ਨੀਤੀ, ਜਨਸੰਖਿਆ, ਬਚਤ, ਜਾਇਦਾਦ, ਹੋਰ ਵੀ ਜਿਹੜੇ ਆਪਾਂ ਬਹੁਤ ਸਾਰੇ ਤੱਤ ਕੀਤੇ ਸੀ, ਸਾਰਿਆਂ ਦੇ ਉੱਪਰ ਕੀ ਹੁੰਦਾ ਹੈ, ਜਿਹੜੀ ਮੰਗ ਹੈ ਉਹ ਨਿਰਭਰ ਕਰਦੀ ਹੈ। ਤਾਂ ਮੰਗ ਹੋਗੀ ਨਿਰਭਰ ਚਰ। ਇਹ ਕੀ ਹੋ ਗਏ, ਸੁਤੰਤਰ ਚਰ। ਹੁਣ ਅਗਰ ਇਹਨਾਂ ਦੇ ਵਿੱਚ ਕੋਈ ਬਦਲਾਵ ਆਇਆ ਇਹਨਾਂ ਸਾਰਿਆਂ ਦੇ ਵਿੱਚ ਤਾਂ ਉਹਦਾ ਨਤੀਜਾ ਕੀ ਨਿਕਲੇਗਾ, ਮੰਗ ਬਦਲੇਗੀ। ਹੁਣ ਕੀ ਹੈ ਵੀ ਆਪਾਂ ਕੀ ਕਰਨਾ ਹੈ, ਇਹ ਜਿਹੜੇ ਸਾਰੇ ਸੁਤੰਤਰ ਚਰ ਲਿਖੇ ਹੋਏ ਨੇ ਜਿਹੜੇ ਮੰਗ ਨੂੰ ਪ੍ਰਭਾਵਿਤ ਕਰਦੇ ਨੇ ਜਾਂ ਨਿਰਧਾਰਿਤ ਕਰਦੇ ਨੇ, ਆਪਾਂ ਇਹਨਾਂ ਸਾਰੇ ਸੁਤੰਤਰ ਚਰਾਂ ਨੂੰ ਨਾ ਦੋ ਹਿੱਸਿਆਂ ਦੇ ਵਿੱਚ ਵੰਡਣ ਲੱਗੇ ਆ। ਮਤਲਬ ਕੀਮਤ, ਸੰਬੰਧਿਤ ਵਸਤੂਆਂ ਦੀ ਕੀਮਤ, ਆਮਦਨ, ਫੈਸ਼ਨ, ਰੁਚੀਆਂ, ਸਰਕਾਰੀ ਨੀਤੀ, ਜਨਸੰਖਿਆ, ਬਚਤ, ਜਾਇਦਾਦ, ਇਹਨਾਂ ਸਾਰਿਆਂ ਨੂੰ ਮੈਂ ਦੋ ਹਿੱਸਿਆਂ 'ਚ ਵੰਡਣ ਲੱਗਿਆ। ਠੀਕ ਹੈ, ਹੁਣ ਉਹ ਦੋ ਹਿੱਸੇ ਕਰਨੇ ਕਿਵੇਂ ਨੇ ਇਹ ਸਮਝੋ। ਮੈਂ ਕੀ ਕਰਾਂਗਾ, ਇੱਕ ਹਿੱਸੇ ਵਿੱਚ ਤਾਂ ਰੱਖਾਂਗਾ ਮੈਂ ਕੀਮਤ, ਜਿਹਨੂੰ ਮੈਂ ਸਰਕਲ ਕਰਤਾ। ਇੱਕ ਹਿੱਸੇ 'ਚ ਕੀਮਤ ਰੱਖਾਂਗਾ, ਜਿਹੜਾ ਦੂਜਾ ਹਿੱਸਾ ਹੋਏਗਾ ਠੀਕ ਹੈ ਉਹਦੇ 'ਚ ਕੀ ਕਰਾਂਗਾ, ਦੂਜੇ ਹਿੱਸੇ ਦੇ ਵਿੱਚ ਨਾ ਆ ਸੰਬੰਧਿਤ ਵਸਤੂਆਂ ਤੋਂ ਲੈ ਕੇ ਤੇ ਆ ਜਿੰਨੇ ਵੀ ਹੋ ਸਕਦੇ ਨੇ ਆ ਸਾਰੇ, ਇਹ ਕੀ ਹੋ ਗਿਆ, ਇਹ ਹੋ ਗਿਆ ਪਾਰਟ 2। ਠੀਕ ਹੈ, ਜਿਹੜੀ ਕੀਮਤ ਹੈ ਉਹ ਕੀ ਹੋ ਗਿਆ, ਉਹ ਹੋ ਗਿਆ ਪਾਰਟ 1 ਤੇ ਹੋ ਗਿਆ ਪਾਰਟ 2। ਯਾਨੀ ਹੁਣ ਕੀ ਹੋਇਆ, ਹੁਣ ਮੈਂ ਇਹ ਜਿੰਨੇ ਵੀ ਤੱਤ ਜਿਹੜੇ ਕੀਮਤ ਜਿਹੜੀ ਹੈ ਜਾਂ ਸੰਬੰਧਿਤ ਵਸਤੂਆਂ ਦੀ ਕੀਮਤ ਹੈ ਜਾਂ ਜਾਇਦਾਦ ਹੈ ਜਾਂ ਫੈਸ਼ਨ, ਰੁਚੀਆਂ, ਜੋ ਕੁਝ ਵੀ ਨੇ, ਇਹ ਕੀ ਹੋ ਸਕਦਾ ਹੈ। ਹੁਣ ਮੰਗ ਜਿਹੜੀ ਹੈ ਉਹ ਦੋ ਕਾਰਨਾਂ ਕਰਕੇ ਬਦਲ ਸਕਦੀ ਹੈ। ਜਾਂ
ਤਾਂ ਮੰਗ ਬਦਲੇਗੀ ਕੀਮਤ ਕਰਕੇ, ਠੀਕ ਹੈ, ਜਾਂ ਮੰਗ ਬਦਲੇਗੀ ਇਹਨਾਂ ਸਾਰੇ ਕਾਰਨਾਂ ਕਰਕੇ। ਯਾਨੀ ਆਪਾਂ ਕੀ ਕੀਤਾ, ਜਿਹੜੇ ਮੰਗ ਨੂੰ ਪ੍ਰਭਾਵਿਤ ਕਰਨ ਵਾਲੇ ਜਾਂ ਨਿਰਧਾਰਿਤ ਕਰਨ ਵਾਲੇ ਤੱਤ ਨੇ, ਉਹਨੂੰ ਜਦੋਂ ਆਪਾਂ ਦੋ ਹਿੱਸਿਆਂ 'ਚ ਵੰਡਿਆ, ਇੱਕ ਹਿੱਸੇ 'ਚ ਆਪਾਂ ਸਿਰਫ ਕੀਮਤ ਰੱਖੀ ਉਸ ਵਸਤੂ ਦੀ ਆਪਣੀ ਕੀਮਤ, ਠੀਕ ਹੈ। ਕਿਉਂ? ਕਿਉਂਕਿ ਐਕਚੁਅਲੀ ਕੀ ਹੈ ਵੀ ਦੇਖੋ, ਆਪਾਂ ਇਹ ਜ਼ਰੂਰ ਕਹਿੰਦੇ ਆ ਵੀ ਜਿਹੜੀ ਮੰਗ ਹੈ ਉਹ ਸੰਬੰਧਿਤ ਵਸਤੂਆਂ ਦੀ ਕੀਮਤ ਤੇ ਨਿਰਭਰ ਕਰਦੀ ਹੈ, ਆਮਦਨ ਤੇ, ਫੈਸ਼ਨ, ਰੁਚੀਆਂ ਬਾਕੀ ਤੇ ਨਿਰਭਰ ਕਰਦੀ ਹੈ, ਪਰ ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜਾ ਸਭ ਤੋਂ ਇੰਪੋਰਟੈਂਟ ਫੈਕਟਰ ਹੈ, ਜਿਹੜਾ ਮੇਨ ਤੱਤ ਹੈ, ਉਹ ਕਿਹੜਾ ਹੈ? ਉਹ ਹੈ ਕੀਮਤ। ਤਾਂ ਮੈਂ ਕੀ ਕੀਤਾ, ਕੀਮਤ ਨੂੰ ਰੱਖ ਲਿਆ ਇੱਕ ਪਾਸੇ, ਬਾਕੀ ਸਾਰੇ ਤੱਤਾਂ ਨੂੰ ਰੱਖ ਲਿਆ ਦੂਜੇ ਪਾਸੇ, ਠੀਕ ਹੈ। ਯਾਨੀ ਹੁਣ ਕੀ ਹੋਊਗਾ, ਹੁਣ ਮੰਗ ਜਾਂ ਤਾਂ ਬਦਲੇਗੀ ਕੀਮਤ ਕਰਕੇ, ਮਤਲਬ ਜਦੋਂ ਮੈਂ ਇਹ ਕਹਿ ਰਿਹਾ ਕਿ ਮੰਗ ਬਦਲੇਗੀ ਉਸ ਵਸਤੂ ਦੀ ਆਪਣੀ ਕੀਮਤ ਕਰਕੇ, ਉਸ ਟਾਈਮ ਤੇ ਮੈਂ ਕੀ ਕਰਾਂਗਾ, ਜਦੋਂ ਮੈਂ ਗੱਲ ਕਰ ਰਿਹਾ ਮੰਗ ਤੇ ਕੀਮਤ ਦਾ ਸੰਬੰਧ, ਮਤਲਬ ਮੈਂ ਮੰਗ ਦਾ ਸੰਬੰਧ ਕਰ ਰਿਹਾ ਪਾਰਟ 1 ਨਾਲ। ਪਾਰਟ 1 ਚ ਕਿਹਨੂੰ ਪਾਇਆ ਆਪਾਂ? ਕੀਮਤ ਨੂੰ। ਤਾਂ ਮੈਂ ਕੀ ਕਰਾਂਗਾ, ਇਹ ਮੰਨ ਕੇ ਚੱਲਾਂਗਾ ਕਿ ਜਿੰਨੀਆਂ ਵੀ ਚੀਜ਼ਾਂ ਇਹ ਪਾਰਟ 2 ਦੇ ਵਿੱਚ ਹੈਗੀਆਂ ਨੇ, ਇਹਨਾਂ 'ਚ ਕੋਈ ਬਦਲਾਵ ਨਹੀਂ ਹੁੰਦਾ। ਠੀਕ ਹੋ ਗਿਆ? ਮਤਲਬ ਜਦੋਂ ਮੈਂ ਕੀਮਤ ਦਾ ਪ੍ਰਭਾਵ ਦਿਖਾਵਾਂਗਾ ਮੰਗ ਦੇ ਉੱਪਰ, ਤਾਂ ਮੈਂ ਮੰਨ ਲਾਂਗਾ ਕਿ ਪਾਰਟ 2 ਚ ਕੋਈ ਬਦਲਾਵ ਨਹੀਂ ਹੁੰਦਾ। ਨੰਬਰ 2, ਜਦੋਂ ਮੈਂ ਇਹ ਦਿਖਾਵਾਂਗਾ ਵੀ ਪਾਰਟ 2 ਦਾ ਕੀ ਸੰਬੰਧ ਹੈ ਮੰਗ ਨਾਲ, ਉਦੋਂ ਮੈਂ ਮੰਨ ਲਾਂਗਾ ਵੀ ਕੀਮਤ 'ਚ ਬਦਲਾਵ ਨਹੀਂ ਹੁੰਦਾ। ਧਿਆਨ ਨਾਲ ਸਮਝੋ ਇਸ ਚੀਜ਼ ਨੂੰ ਵੀ ਆਪਾਂ ਕੀ ਕੀਤਾ, ਮੰਗ ਨੂੰ ਪ੍ਰਭਾਵਿਤ ਕਰਨ ਵਾਲੇ ਜਿਹੜੇ ਤੱਤ ਨੇ ਉਹਨੂੰ ਦੋ ਹਿੱਸਿਆਂ 'ਚ ਵੰਡਿਆ, ਇੱਕ ਹਿੱਸੇ 'ਚ ਕੀਮਤ ਰੱਖੀ, ਇੱਕ ਹਿੱਸੇ 'ਚ ਬਾਕੀ ਸਾਰੇ ਰੱਖਤੇ। ਯਾਨੀ ਹੁਣ ਜਾਂ ਤਾਂ ਮੰਗ ਬਦਲੇਗੀ ਕੀਮਤ ਕਰਕੇ, ਜਾਂ ਬਦਲੇਗੀ ਬਾਕੀ ਤੱਤਾਂ ਕਰਕੇ। ਜੇ ਤਾਂ ਮੰਗ ਬਦਲ ਰਹੀ ਹੈ ਕੀਮਤ ਕਰਕੇ, ਤਾਂ ਮੈਂ ਮੰਨਾਂਗਾ ਕਿ ਬਾਕੀ ਤੱਤਾਂ 'ਚ ਕੋਈ ਬਦਲਾਵ ਨਹੀਂ ਹੁੰਦਾ। ਜਦੋਂ ਮੈਂ ਮੰਗ ਨੂੰ ਬਦਲਵਾ ਰਿਹਾ ਬਾਕੀ ਤੱਤਾਂ ਕਰਕੇ, ਤਾਂ ਉਦੋਂ ਮੈਂ ਮੰਨ ਲਾਂਗਾ ਵੀ ਕੀਮਤ ਵਿੱਚ ਕੋਈ ਬਦਲਾਵ ਨਹੀਂ ਹੁੰਦਾ। ਯਾਨੀ ਆਪਾਂ ਦੋਨਾਂ ਦਾ ਵੱਖਰਾ ਵੱਖਰਾ ਪ੍ਰਭਾਵ ਜਿਹੜਾ ਹੈ ਉਹ ਮੰਗ ਤੇ ਦਿਖਾਣਾ ਹੈ ਵੀ ਜਦੋਂ ਮੰਗ ਕੀਮਤ ਕਰਕੇ ਬਦਲਦੀ ਹੈ ਉਦੋਂ ਕੀ ਪ੍ਰਭਾਵ ਪੈਂਦਾ ਹੈ, ਜਦੋਂ ਮੰਗ ਬਾਕੀ ਤੱਤਾਂ ਕਰਕੇ ਬਦਲਦੀ ਹੈ ਉਦੋਂ ਕੀ ਪ੍ਰਭਾਵ ਪੈਂਦਾ ਹੈ। ਧਿਆਨ ਇਹ ਰੱਖਣਾ ਹੈ ਵੀ ਜਦੋਂ ਮੰਗ ਨੂੰ ਕੀਮਤ ਕਰਕੇ ਬਦਲਵਾਨਾ ਹੈ ਤਾਂ ਬਾਕੀ ਤੱਤਾਂ 'ਚ ਕੋਈ ਬਦਲਾਵ ਨਹੀਂ ਕਰਨਾ, ਤੇ ਜਦੋਂ ਮੰਗ ਨੂੰ ਬਾਕੀ ਤੱਤਾਂ ਕਰਕੇ ਬਦਲਵਾਨਾ ਹੈ ਉਦੋਂ ਕੀਮਤ 'ਚ ਕੋਈ ਬਦਲਾਵ ਨਹੀਂ ਕਰਨਾ। ਇਹ ਚੀਜ਼ ਧਿਆਨ 'ਚ ਰੱਖਣਾ ਹੈ। ਇਹਦੇ ਨਾਲ ਕੀ ਹੁੰਦਾ ਹੈ, ਆਪਣੇ ਸਾਹਮਣੇ ਨਾ ਕੁਝ ਕਨਸੈਪਟ ਆਉਂਦੇ ਨੇ। ਹੁਣ ਉਹ ਕਨਸੈਪਟ ਕੀ ਨੇ, ਆਪਾਂ ਕੀ ਕਰਦੇ ਹਾਂ, ਅਗਰ ਆਪਾਂ ਕਨਸੈਪਟ ਸਮਝਣਾ ਹੈ ਤਾਂ ਆਪਾਂ ਕੀ ਕਰਦੇ ਹਾਂ, ਬੋਰਡ ਦੇ ਬਿਲਕੁਲ ਵਿੱਚ ਵਿਚਕਾਰ ਆਪਾਂ ਲਾਈਨ ਲਗਾ ਲੈਂਦੇ ਹਾਂ। ਤੁਸੀਂ ਕਾਪੀ ਦੇ ਬਿਲਕੁਲ ਵਿੱਚ ਵਿਚਕਾਰ ਲਾਈਨ ਲਾ ਲਿਆ ਜੀ। ਇੱਧਰ ਇੱਕ ਆਪਣੇ ਕੋਲ ਆਉਂਦਾ ਹੈ, ਉਹਨੂੰ ਆਪਾਂ ਕਹਿੰਦੇ ਆ ਮੰਗ ਵਿੱਚ ਵਿਸਥਾਰ। ਮੰਗ ਵਿੱਚ ਵਿਸਥਾਰ। ਇੱਧਰ ਆਉਂਦਾ ਹੈ ਮੰਗ ਵਿੱਚ ਸੰਕੁਚਨ। ਸੰਕੁਚਨ ਹੋਣਾ ਮਤਲਬ ਸੁੰਗੜਨਾ, ਮੰਗ ਦਾ ਸੁੰਗੜਨਾ, ਇਹ ਹੈ ਵਿਸਥਾਰ ਯਾਨੀ ਕਿ ਫੈਲਣਾ। ਦੇਖੋ ਜਦੋਂ ਤਾਂ ਮੰਗ, ਧਿਆਨ ਨਾਲ, ਜਦੋਂ ਤਾਂ ਮੰਗ ਸਿਰਫ ਤੇ ਸਿਰਫ ਕੀਮਤ ਕਰਕੇ ਬਦਲਦੀ ਹੈ, ਬਸ ਹੋਰ ਕਿਸੇ ਚੀਜ਼ ਕਰਕੇ। यानी ਜਦੋਂ ਮੰਗ ਬਦਲੇਗੀ ਕਿਸ ਚੀਜ਼ ਕਰਕੇ, ਸਿਰਫ ਤੇ ਸਿਰਫ ਉਸ ਵਸਤੂ ਦੀ ਆਪਣੀ ਕੀਮਤ ਕਰਕੇ, ਬਸ ਬਾਕੀ ਤੱਤਾਂ 'ਚ ਕੋਈ ਬਦਲਾਵ ਨਾ ਆਵੇ। मतलब कहना की है, आदतां ना बदलन, रुचियां ना बदलन, आमदन ना बदले, संबंधित वस्तुओं की कीमत ना बदले, जनसंख्या का आकार, जनसंख्या की रचना, बचत, जायदाद, सरकार की नीति, सरकार की कर नीति, दिखावा प्रभाव कुछ ना होवे, सिर्फ ते सिर्फ कीमत बदले। ठीक है, उनके करके मंग बदले, आप कहांगे या तो आप कहांगे मंग च विस्तार या कहांगे मंग च संकुचन। ध्यान नाल, ਮੰਗ ਵਿੱਚ ਵਿਸਥਾਰ ਤੇ ਮੰਗ ਵਿੱਚ ਸੰਕੁਚਨ ਕਿੰਦੇ ਕਰਕੇ ਹੁੰਦਾ ਹੈ, ਇਹ ਵਸਤੂ ਦੀ ਆਵਦੀ ਕੀਮਤ ਕਰਕੇ ਹੁੰਦਾ ਹੈ, ਬਾਕੀ ਕਿਸੇ ਚੀਜ਼ 'ਚ ਕੋਈ ਬਦਲਾਵ ਨਹੀਂ ਹੁੰਦਾ। ਮਤਲਬ ਹੁਣ ਆਪਾਂ ਕੀ ਕਰ ਰਹੇ ਹਾਂ, ਜਿਹੜਾ ਮੰਗ ਦਾ ਸੰਬੰਧ ਹੈ ਆਪਾਂ ਕਿੰਦੇ ਨਾਲ ਦਿਖਾ ਰਹੇ ਹਾਂ, ਸਿਰਫ ਤੇ ਸਿਰਫ ਆਪਾਂ ਉਸ ਵਸਤੂ ਦੀ ਆਪਣੀ ਕੀਮਤ ਦੇ ਨਾਲ ਦਿਖਾਉਂਦੇ ਪਏ ਹਾਂ, ਬਾਕੀ ਚੀਜ਼ਾਂ ਦੇ ਨਾਲ ਆਪਾਂ ਉਹਦਾ ਕੋਈ ਸੰਬੰਧ ਨਹੀਂ ਦਿਖਾਣਾ, ਕੁਝ ਨਹੀਂ ਕਰਨਾ। ਆਦਤਾਂ, ਰੁਚੀਆਂ, ਫੈਸ਼ਨ, ਆਮਦਨ ਕਿਸੇ ਚੀਜ਼ ਨਹੀਂ ਬਦਲਣਾ ਉਹਦੇ ਕਰਕੇ। ਯਾਨੀ ਆਪਾਂ ਕਹਾਂਗੇ ਮੰਗ ਵਿੱਚ ਵਿਸਥਾਰ ਹੈ, ਮੰਗ ਵਿੱਚ ਸੰਕੁਚਨ ਹੈ, ਕਿੰਦੇ ਕਰਕੇ ਹੁੰਦਾ ਹੈ, ਵਸਤੂ ਦੀ ਆਵਦੀ ਕੀਮਤ ਕਰਕੇ ਹੁੰਦਾ ਹੈ, ਜਦੋਂ ਮੰਗ ਨੂੰ ਪ੍ਰਭਾਵਿਤ ਜਾਂ ਨਿਰਧਾਰਿਤ ਕਰਨ ਵਾਲੇ ਜਿਹੜੇ ਬਾਕੀ ਤੱਤ ਨੇ ਉਹਨਾਂ 'ਚ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਨਹੀਂ ਹੁੰਦਾ। ਠੀਕ ਹੈ,
ਹੁਣ ਸੋਚੋ, ਹੁਣ ਆਪਾਂ ਨੇ कीमत ਵਿੱਚ ਵਿਸਥਾਰ। ध्यान ਨਾਲ ਸੋਚੋ ਵੀ ਮੰਨ ਲਓ ਇੱਥੇ ਮੈਂ ਲਿਖਤਾ कीमत, ਇੱਥੇ ਮੈਂ ਲਿਖਤਾ ਮੰਗ। ਠੀਕ ਹੈ, ਸ਼ੁਰੂਆਤ ਦੇ ਵਿੱਚ ਮੰਨ ਲਓ ਵੀ ਆਪਣੀ ਜਿਹੜੀ कीमत ਹੈ ਉਹ ਹੈਗੀ ਹੈ 5 ਰੁਪਏ, ਤਾਂ ਮੰਗ ਹੈਗੀ ਹੈ 1। ਇਹ ਆਪਣੀ ਸ਼ੁਰੂਆਤੀ ਹਾਲਤ ਹੈ। ਠੀਕ ਹੈ, ਉਹ ਕਹਿੰਦਾ ਮੰਗ ਵਿੱਚ ਵਿਸਥਾਰ ਹੋਇਆ ਹੈ। ਮੰਗ ਵਿਸਥਾਰ, ਵਿਸਥਾਰ ਕੀ ਹੁੰਦਾ ਹੈ? ਫੈਲਣਾ। ਮੰਗ ਫੈਲੀ ਹੈ। ਫੈਲੀ ਮਤਲਬ अगर ਆਪਾਂ डायग्राम ਦੀ ਮਦਦ ਲਈਏ ਤਾਂ डायग्राम ਦੇ ਵਿੱਚ ਆਪਾਂ ਕੀ ਕਰਾਂਗੇ? ਹੁਣ ਆਪਾਂ ਜਦੋਂ ਵੀ ਮੰਗ ਤੇ ਕੀਮਤ ਦਾ ਸੰਬੰਧ ਦਿਖਾਉਂਦੇ ਆ ਤਾਂ y ਐਕਸਿਸ ਤੇ ਕੀਮਤ, ਤਾਂ x ਐਕਸਿਸ ਤੇ ਮੰਗ। ਮੰਨ ਲਓ 1 2 3 4 5, ਇਧਰ ਕੀਮਤ ਲੈ ਲਈ 1 2 3 4 5। शुरुआत च की है भी कीमत हैगी है 5 रुपए ते मंग हैगी है 1, ਤਾਂ ਆਪਾਂ ਹੈਗੇ ਆ ਐਸ A ਪੁਆਇੰਟ ਤੇ। ਠੀਕ ਹੈ, ਹੁਣ A ਪੁਆਇੰਟ ਤੇ ਇਸ ਟਾਈਮ ਆਪਾਂ ਕੰਮ ਕਰ ਰਹੇ ਹਾਂ। ਉਹ ਕਹਿੰਦਾ ਮੰਗ ਹੁਣ ਕੀ ਹੋਇਆ? ਉਹਦੇ ਚ ਵਿਸਥਾਰ ਹੋਇਆ ਹੈ, ਮੰਗ ਵਧੀ ਹੈ, ਮੰਗ ਫੈਲੀ ਹੈ, ਮਤਲਬ ਇੱਕ ਤੋਂ ਅੱਗੇ ਗਈ ਹੈ। ਪਰ ਮੈਂ ਕਿਹਾ ਵੀ ਜਿਹੜਾ ਮੰਗ ਚ ਵਿਸਥਾਰ ਹੈ ਉਹ ਕਿੰਦੇ ਕਰਕੇ ਹੁੰਦਾ ਹੈ? ਉਹ ਹੁੰਦਾ ਹੈ ਕੀਮਤ ਕਰਕੇ। ठीक है, मंग च विस्तार होएगा या मंग संकुचन होएगा, किंदे करके होएगा? कीमत करके होएगा। बाकी चीज़ां च कोई बदलाव नहीं। हुण वो कहंदा मंग विस्तार हो गई है। ठीक है, मंग फैल गई है। मान लो मंग हो गई है 5, मतलब मंग ते आप आ गए 5 ते। हुण कहंदा मंग फैल गई पर मंग वधी है, किंदे करके वधी है? वो कहंदा मंग वधी है कीमत करके। तो सोचो फिर कीमत की होई होएगी? कीमत घटी होएगी। ध्यान नाल सोचो भी वो कहना मंग च जिहड़ा विस्तार होया है, मंग जिहड़ी फैली है, मंग जिहड़ी वधी है, वो किंदे करके वधी है? मंग वधी है कीमत करके। जे मंग कीमत करके वधी है तो फिर कीमत नूं की होया होएगा? कीमत घटी होएगी तां ही मंग वधी होएगी। यानी हुण कीमत होगी 1 रुपया ते आपां मंग करती 5, आप आ गए B पॉइंट ते। ਆਪਾਂ ਕੀ ਕੀਤਾ? A ਪੁਆਇੰਟ ਤੇ B ਪੁਆਇੰਟ ਨੂੰ ਮਿਲਾਤਾ ਤਾਂ ਬਣ ਗਈ ਆਪਣੀ ਮੰਗ ਵਕਰ DD। ਯਾਨੀ ਇਧਰੋਂ ਕੀ ਹੋਇਆ? ਕੀਮਤ ਆਪਣੀ 5 ਰੁਪਏ ਤੋਂ ਘਟ ਕੇ 1 ਰੁਪਏ ਹੋਈ। ਇਧਰੋਂ ਆਪਣੀ ਮੰਗ 1 ਤੋਂ ਵੱਧ ਕੇ 5 ਹੋਈ। ਠੀਕ ਹੈ, ਯਾਨੀ ਆਪਾਂ ਪਹਿਲਾਂ A ਪੁਆਇੰਟ ਤੇ ਸੀ, ਹੁਣ ਆਪਾਂ B ਪੁਆਇੰਟ ਤੇ ਹੈਗੇ ਆ। ਯਾਨੀ ਆਪਾਂ ਉੱਪਰ ਵਾਲੇ ਪੁਆਇੰਟ ਤੋਂ ਕੀ ਕੀਤਾ? ਮੰਗ ਵਕਰ ਦੇ ਹੇਠਾਂ ਵਾਲੇ ਪੁਆਇੰਟ ਵਾਲੇ ਪਾਸੇ ਆਪਾਂ ਆ ਗਏ। गल क्लियर हुई? तो यह है मंग विच विस्तार। ठीक है, मंग विच विस्तार होया है। मंग विच विस्तार किंदे करके हुंदा है? कीमत करके हुंदा है। यानी मंग विच विस्तार की होएगा उस वस्तु दी अपनी कीमत की होएगा घटेगी। ठीक है, तो जे उनकी आदि कीमत घटेगी तो उनकी आदि मंग वधेगी। यानी हुण आपां मंग दे उपर प्रभाव दिखा रहे हैं किस चीज दा? उस वस्तु दी अपनी कीमत दा। ठीक हो गया? ਤਾਂ ਕੀ ਹੋਏਗਾ? ਜਦੋਂ ਮੰਗ ਵਿੱਚ ਵਿਸਥਾਰ ਹੋਏਗਾ ਤੁਸੀਂ ਉੱਪਰ ਵਾਲੇ ਪੁਆਇੰਟ ਤੋਂ ਨੀਚੇ ਵਾਲੇ ਪੁਆਇੰਟ ਤੇ ਆ ਜਾਓਗੇ। ਰੱਟਾ ਮਾਰਨ ਦੀ ਲੋੜ ਨਹੀਂ ਹੈ, ਸੇਮ ਮੰਗ ਵਕਰ ਤੇ ਰਹੋਗੇ। ਇੱਕੋ ਮੰਗ ਵਕਰ DD ਹੋਏਗੀ। ਪਹਿਲਾਂ ਉਹਦੇ A ਪੁਆਇੰਟ ਤੇ ਹੋਵੋਗੇ, ਫਿਰ B ਪੁਆਇੰਟ ਤੇ ਆ ਜਾਓਗੇ। ਠੀਕ ਹੈ, ਇੱਧਰ ਕਲੀਅਰ ਕਰਦੇ ਹਾਂ। ਹੁਣ ਇਹ ਜ਼ਿਆਦਾ ਕਲੀਅਰ ਹੋਏਗਾ ਜਦੋਂ ਆਪਾਂ ਇਹ ਡਿਸਕਸ ਕਰਾਂਗੇ। ਹੁਣ ਕੀ ਹੋਏਗਾ? ਕਹਿੰਦਾ ਹੁਣ ਆਪਾਂ ਫਿਰ ਇੱਥੇ ਕੀਮਤ ਲੈ ਲੈਂਦੇ ਆ ਤੇ ਨਾਲ ਆਪਾਂ ਮੰਗ ਲੈ ਲੈਂਦੇ ਆ। ਕਹਿੰਦਾ ਹੁਣ ਮੰਗ ਜਿਹੜੀ ਹੈ ਉਹ ਸੁੰਗੜ ਗਈ ਹੈ। यानी हुण मंग सुंगड़ी है। मैं पहला एनी सी एनी रह गई, घट गई, सुंगड़ गई। मंग सुंगड़ी है किंदे करके? कीमत करके। क्योंकि मंग विच संकुचन यानी कि मंग दा सुंगड़ना किंदे करके हुंदा है? कीमत करके हुंदा है। मतलब हुण मंग पहला नालों घटी है। किंदे करके घटी है? कीमत करके घटी है। तो फिर कीमत की होएगा? कीमत वधी होएगी। यानी सोचो अगर शुरुआत दे विच कीमत 1 है तो मंग 5 है। कीमत की हो गया 5 रुपए होगी तो मांग 1 रुपए होगी। ध्यान सोचो हुण मंग 5 तो घट के 1 होगी, मंग सुंगड़ गई किंदे करके? उनदी वस्तु दी आवदी कीमत दे वधन करके उन्होंने आपां कहांगे मंग दे विच संकुचन। यानी हुण की होगा? हुण अगर आपां डायग्राम बनाइए, देखो आम तौर पे बच्चे की करते हैं? क्रैम करते हैं इस चीज नूं, रट्टा मारते हैं। रट्टा मारन दी लोड़ नहीं है क्योंकि मंग दे विच विस्तार ते मंग दे विच संकुचन जिहड़ा है वो किंदे करके होना है? उस वस्तु दी अपनी कीमत करके होना है। अपनी कीमत करके होना है। हुण तुहानूं खुद थोड़ा दिमाग लगाना पएगा।
ਇਸ ਚੀਜ਼ ਦੇ ਉੱਪਰ ਵੀ ਜੇ ਮੰਗ ਦੇ ਵਿੱਚ ਵਿਸਥਾਰ ਹੋ ਰਿਹਾ ਹੈ, ਮੰਗ ਨੂੰ ਅਸੀਂ ਵਧਾਣਾ ਹੈ, ਮੰਗ ਨੂੰ ਵਧਾਣਾ ਹੈ ਕਿੰਦੇ ਕਰਕੇ ਵਧਾਣਾ ਹੈ, ਉਸ ਵਸਤੂ ਦੀ ਆਪਦੀ ਕੀਮਤ ਕਰਕੇ ਵਧਾਣਾ ਹੈ, ਤਾਂ ਫਿਰ ਉਸ ਵਸਤੂ ਦੀ ਕੀਮਤ ਨੂੰ ਕੀ ਕਰਨਾ ਪਏਗਾ, ਉਸ ਵਸਤੂ ਦੀ ਕੀਮਤ ਨੂੰ ਘਟਾਣਾ ਪਏਗਾ, ਤਾਂ ਹੀ ਆਪਾਂ ਦੀ ਮੰਗ ਨੂੰ ਵਧਾ ਸਕਦੇ ਹਾਂ। ਇੱਧਰ ਆਪਾਂ ਮੰਗ ਨੂੰ ਕੀ ਕਰਨਾ ਹੈ, ਉਹਦਾ ਸੰਕੁਚਨ ਕਰ ਦੇਣਾ ਹੈ, ਮੰਗ ਨੂੰ ਆਪਾਂ ਸੁੰਗੜਵਾ ਦੇਣਾ ਹੈ, ਮੰਗ ਨੂੰ ਆਪਾਂ ਛੋਟਾ ਕਰ ਦੇਣਾ ਹੈ। ਕਿੰਨੇ ਕਰਕੇ ਕਰ ਦੇਣਾ ਹੈ, ਉਸ ਵਸਤੂ ਦੀ ਆਪਣੀ ਕੀਮਤ ਦੇ ਕਰਕੇ ਕਰਨਾ ਹੈ। ਫਿਰ ਜੇ ਆਪਾਂ ਮੰਗ ਨੂੰ ਘਟਾਣਾ ਹੈ ਕਿੰਦੇ ਕਰਕੇ, ਉਸ ਵਸਤੂ ਦੀ ਆਪਦੀ ਕੀਮਤ ਕਰਕੇ, ਤਾਂ ਫਿਰ ਆਪਾਂ ਨੂੰ ਕੀ ਕਰਨਾ ਪਏਗਾ, ਉਸ ਵਸਤੂ ਦੀ ਆਪਦੀ ਕੀਮਤ ਨੂੰ ਪਹਿਲਾਂ ਨਾਲੋਂ ਵਧਾਣਾ ਪਏਗਾ। ਤਾਂ ਫਿਰ ਕੀ ਹੋਏਗਾ, ਕੀਮਤ ਵਧਾਓ ਤੇ ਮੰਗ ਘਟਾਓ, ਉਹਨੂੰ ਆਪਾਂ ਕੀ ਕਹਾਂਗੇ, ਮੰਗ ਸੰਕੁਚਨ। ਹੁਣ ਦੇਖੋ ਕੀ ਹੋਏਗਾ, ਸ਼ੁਰੂਆਤ ਦੇ ਵਿੱਚ ਕੀ ਹੈ, ਕੀਮਤ 1 ਹੈ ਤੇ ਮੰਗ 5 ਹੈ, ਤਾਂ ਕੀਮਤ 1 ਹੈ ਤੇ ਮੰਗ 5 ਹੈ, ਤਾਂ ਆਪਾਂ ਇਸ A ਪੁਆਇੰਟ ਤੇ ਹੈਗੇ। ਫਿਰ ਕੀ ਹੋਇਆ, ਕੀਮਤ ਹੋਗੀ 5 ਤੇ ਕੀਮਤ 5 ਹੋਣ ਨਾਲ ਮੰਗ ਕਿੰਨੀ ਹੋਗੀ 1, ਤਾਂ ਆਪਾਂ ਕਿੱਥੇ ਆ ਗਏ, B ਪੁਆਇੰਟ ਤੇ। A ਤੇ B ਨੂੰ ਮਿਲਾਓ ਤਾਂ A ਕੀ ਬਣ ਗਈ ਆਪਣੀ ਮੰਗ ਵਕਰ। DD ਪਹਿਲਾਂ ਕਿੱਧਰ ਸੀ, A ਪੁਆਇੰਟ ਤੇ, ਹੁਣ ਕਿੱਥੇ ਹੋ, B ਪੁਆਇੰਟ ਤੇ। ਕਿਉਂ, ਕਿਉਂਕਿ ਜਿਵੇਂ ਹੀ ਅੰਦਰ ਕੀਮਤ ਵਧੀ ਉਵੇਂ ਹੀ ਇਧਰੋਂ ਕੀ ਹੋ ਗਿਆ, ਮੰਗ ਘਟੀ। ਮੰਗ ਘਟੀ ਹੈ ਕਿੰਦੇ ਕਰਕੇ, ਕੀਮਤ ਦੇ ਵਧਣ ਕਰਕੇ, ਉਹਨੂੰ ਮੰਗ ਸੰਕੁਚਨ ਕਹਾਂਗੇ। ਹੋਏਗਾ ਕਿ ਤੁਸੀਂ A ਤੋਂ B ਵੱਲ ਜਾਓਗੇ, ਯਾਨੀ ਤੁਸੀਂ ਹੇਠ ਵਾਲੇ ਬਿੰਦੂ ਤੋਂ ਉੱਪਰ ਵਾਲੇ ਬਿੰਦੂ ਵਾਲੇ ਪਾਸੇ ਜਾਓਗੇ ਤਾਂ ਤੀਰ ਲਾ ਦਿਆ ਜੇ ਉੱਪਰ ਵਾਲੇ ਪਾਸੇ। ਡਾਇਗਰਾਮ ਤੁਹਾਡੇ ਸਾਹਮਣੇ ਨੇ, ਕੰਪੈਰੀਜ਼ਨ ਹੋ ਸਕਦਾ ਹੈ। ਕੀ ਹੋ ਸਕਦਾ ਹੈ, ਮੰਗ ਵਿੱਚ ਵਿਸਥਾਰ ਜਦੋਂ ਹੋਏਗਾ ਉਦੋਂ ਕੀ ਹੋਏਗਾ, ਵਸਤੂ ਦੀ ਆਪਦੀ ਕੀਮਤ ਘਟੇਗੀ ਤਾਂ ਵਸਤੂ ਦੀ ਆਪਦੀ ਮੰਗ ਵਧੇਗੀ। ਜਦੋਂ ਕਿਸੇ ਵੀ ਵਸਤੂ ਦੀ ਮੰਗ ਵਿੱਚ ਵਾਧਾ ਉਸ ਵਸਤੂ ਦੀ ਆਪਦੀ ਕੀਮਤ ਕਰਕੇ ਹੁੰਦਾ ਹੈ, ਮਤਲਬ ਉਸ ਵਸਤੂ ਦੀ ਆਪਦੀ ਕੀਮਤ ਦੇ ਘਟਣ ਕਰਕੇ ਉਹਦੀ ਮੰਗ ਵੱਧ ਜਾਂਦੀ ਹੈ, ਉਹਨੂੰ ਆਪਾਂ ਕਹਾਂਗੇ ਮੰਗ ਵਿੱਚ ਵਿਸਥਾਰ। ਉਹਦੇ ਵਿੱਚ ਕੀ ਹੋਏਗਾ, ਜਿਹੜਾ ਉਪਭੋਗਤਾ ਹੋਏਗਾ ਉਹ ਇੱਕੋ ਮੰਗ ਵਕਰ ਤੇ ਰਹੇਗਾ, DD ਦੇ ਉੱਪਰ ਰਹੇਗਾ। ਕੀ ਹੋਏਗਾ, ਉੱਪਰ ਵਾਲੇ ਪੁਆਇੰਟ ਤੋਂ ਨੀਚੇ ਵਾਲੇ ਪੁਆਇੰਟ ਵੱਲ ਆ ਜਾਏਗਾ, ਤੈਨੂੰ ਆਪਾਂ ਮੰਗ ਵਿੱਚ ਵਿਸਥਾਰ ਕਹਾਂਗੇ। ਮੰਗ ਸੰਕੁਚਨ ਕੀ ਹੋਏਗਾ, ਮੰਗ ਪਹਿਲਾਂ ਨਾਲੋਂ ਘਟ ਜਾਏਗੀ। ਕਿੰਨੇ ਕਰਕੇ ਘਟੇਗੀ, ਆਪਣੀ ਕੀਮਤ ਕਰਕੇ ਘਟੇਗੀ। ਜੇ ਮੰਗ ਨੂੰ ਉਹਦੀ ਵਸਤੂ ਦੀ ਆਪਦੀ ਕੀਮਤ ਕਰਕੇ ਘਟਾਣਾ ਹੈ ਤਾਂ ਫਿਰ ਉਸ ਵਸਤੂ ਦੀ ਆਪਦੀ ਕੀਮਤ ਨਾਲ ਕੀ ਕਰਨਾ ਪਏਗਾ, ਉਹਨੂੰ ਵਧਾਣਾ ਪਏਗਾ। ਤੇ ਕੀਮਤ ਨੂੰ ਵਧਾ ਦੋ ਤਾਂ ਕੀ ਹੋਏਗਾ, ਸ਼ੁਰੂਆਤੀ ਪੁਆਇੰਟ ਬਣਾ ਲਿਆ ਜੇ, ਕੀਮਤ 1 ਹੈ ਮੰਗ 5 ਹੈ, ਤਾਂ ਕੀਮਤ ਵਧਾ ਕੇ 5 ਕੀਤੀ, ਮੰਗ ਘਟਾ ਕੇ 1 ਕੀਤੀ। ਪਹਿਲਾਂ A ਪੁਆਇੰਟ ਤੇ ਸੀ, ਹੁਣ B ਪੁਆਇੰਟ ਤੇ ਚਲੇ ਜਾਓਗੇ, ਇੱਕੋ ਮੰਗ ਵਕਰ DD ਬਣੇਗੀ। ਹੇਠਾਂ ਵਾਲੇ ਪੁਆਇੰਟ ਤੋਂ ਉੱਪਰ ਵਾਲੇ ਪੁਆਇੰਟ ਵਾਲੇ ਪਾਸੇ ਜਾਓਗੇ, ਆਪਣੇ ਆਪ ਸਾਰੀ ਚੀਜ਼ ਜਿਹੜੀ ਹੈ ਕਲੀਅਰ ਹੋ ਜਾਏਗੀ, ਕ੍ਰੈਮ ਕਰਨ ਦੀ ਲੋੜ ਨਹੀਂ। ਠੀਕ ਹੈ, ਤਾਂ ਜਦੋਂ ਵੀ ਮੰਗ ਦੇ ਵਿੱਚ ਵਿਸਥਾਰ ਹੋਏਗਾ ਜਾਂ ਮੰਗ ਸੰਕੋਚਨ ਹੋਏਗਾ, ਪਹਿਲੀ ਗੱਲ ਕੀ ਹੋਏਗਾ, ਵਸਤੂ ਦੀ ਆਪਦੀ ਕੀਮਤ ਕਰਕੇ ਹੋਏਗਾ। ਨੰਬਰ 2, ਇੱਕੋ ਮੰਗ ਵਕਰ ਤੇ ਰਹਾਂਗੇ। ਨੰਬਰ 3, ਹੇਠਾਂ ਵਾਲੇ ਪੁਆਇੰਟ ਤੋਂ ਉੱਪਰ ਵਾਲੇ ਪੁਆਇੰਟ ਤੇ ਜਾਵਾਂਗੇ ਜਾਂ ਉੱਪਰ ਵਾਲੇ ਪੁਆਇੰਟ ਤੋਂ ਹੇਠਾਂ ਵਾਲੇ ਪੁਆਇੰਟ ਤੇ ਜਾਵਾਂਗੇ, ਤਾਂ ਹੀ ਆਪਾਂ ਇਹਨੂੰ ਇੱਕ ਨਾਮ ਦਿੰਦੇ ਹਾਂ, ਮੂਵਮੈਂਟ ਅਲੋਂਗ ਅ ਡਿਮਾਂਡ ਕਰਵ। ਠੀਕ ਹੈ, ਮਤਲਬ ਕੀ ਹੈ ਵੀ ਆਪਾਂ ਕੀ ਕਰਾਂਗੇ, ਮੂਵਮੈਂਟ ਕਰਾਂਗੇ। ਮੂਵਮੈਂਟ ਦਾ ਮੂਵ ਕਰਾਂਗੇ ਕਿੱਥੇ, ਅਲੋਂਗ ਨਾਲ ਨਾਲ, ਕਿੰਦੇ, ਅ ਡਿਮਾਂਡ ਕਰਵ, ਇੱਕ ਮੰਗ ਵਕਰ, ਯਾਨੀ ਜੋ ਆਪਣੀ ਮੂਵਮੈਂਟ ਰਹੇਗੀ, ਜੋ ਆਪਣੇ ਉਤਾਰ ਚੜਾਵ ਰਹਿਣਗੇ ਉਹ ਇੱਕੋ ਮੰਗ ਵਕਰ ਤੇ ਰਹਿਣਗੇ। ਯਾਨੀ ਆਪਾਂ ਮੰਗ ਵਕਰ DD ਹੀ ਵਰਤਾਂਗੇ। ਕੀ ਹੋਏਗਾ, ਉੱਪਰ ਵਾਲੇ ਪੁਆਇੰਟ ਤੋਂ ਹੇਠਾਂ ਵਾਲੇ ਪੁਆਇੰਟ ਤੇ ਆ ਜਾਵਾਂਗੇ ਜਾਂ ਹੇਠਾਂ ਵਾਲੇ ਪੁਆਇੰਟ ਤੋਂ ਉੱਤੇ ਵਾਲੇ ਪੁਆਇੰਟ ਤੇ ਚਲੇ ਜਾਵਾਂਗੇ, ਰਵਾਂਗੇ ਇੱਕੋ ਹੀ ਮੰਗ ਵਕਰ ਤੇ। ਠੀਕ ਹੋ ਗਿਆ, ਆਪਾਂ ਕੋਈ ਦੂਜੀ ਮੰਗ ਵਕਰ ਨਹੀਂ ਲੈ ਕੇ ਆਣੀ ਇਹਦੇ ਵਿੱਚ। ਠੀਕ, ਤਾਂ ਹੁਣ ਇਸ ਤੋਂ ਇਲਾਵਾ ਕੀ ਹੋ ਸਕਦਾ ਹੈ, ਆਪਾਂ ਕਹਿੰਦੇ ਵੀ ਮੰਗ ਜਿਹੜੀ ਹੈ ਉਹ ਜ਼ਰੂਰੀ ਥੋੜੀ ਹੈ ਵੀ ਉਹ ਕੀਮਤ ਕਰਕੇ ਬਦਲੇ। ਜਿਹੜੀ ਮੰਗ ਹੈ ਉਹ ਤਾਂ ਬਾਕੀ ਤੱਤਾਂ ਕਰਕੇ ਵੀ ਬਦਲ ਸਕਦੀ ਹੈ। ਹੁਣ ਬਾਕੀ ਤੱਤ ਚ ਕੀ ਹੋਏਗਾ, ਹੁਣ ਮੈਂ ਪਹਿਲੀ ਗੱਲ ਇਹ ਸਮਝਾਈ ਸੀ ਵੀ ਜਦੋਂ ਤਾਂ ਮੰਗ ਨੂੰ ਬਦਲਵਾਣਾ ਹੈ ਕੀਮਤ ਕਰਕੇ, ਤਾਂ ਬਾਕੀ ਤੱਤਾਂ ਨਾਲ ਕੋਈ ਛੇੜਖਾਨੀ ਨਹੀਂ ਕਰਨੀ। ਮਤਲਬ ਬਾਕੀ ਮੰਨ ਕੇ ਚੱਲਣਾ ਹੈ ਵੀ ਜਿਹੜੀ ਹੋਰ ਵਸਤੂਆਂ ਦੀ ਕੀਮਤ ਹੈ, ਆਦਤਾਂ ਨੇ, ਫੈਸ਼ਨ ਹੈ, ਰੁਚੀਆਂ ਨੇ, ਜੋ ਵੀ ਹੈ ਉਹਦੇ ਚ ਕੋਈ ਬਦਲਾਵ ਨਹੀਂ ਹੁੰਦਾ। ਠੀਕ ਹੈ, ਜਦੋਂ ਤੱਕ ਕੀਮਤ ਕਰਕੇ ਬਦਲਵਾਨੀ ਹੈ ਤਾਂ ਮੰਨ ਲਓ ਬਾਕੀ ਸਾਰੇ ਤੱਤਾਂ 'ਚ ਕੋਈ ਬਦਲਾਵ ਨਹੀਂ ਹੈਗਾ, ਆਪਾਂ ਹੁਣੇ ਬਣਾ ਲਿਆ। ਹੁਣ ਜਦੋਂ ਆਪਾਂ ਮੰਗ ਨੂੰ ਬਾਕੀ ਤੱਤਾਂ ਕਰਕੇ ਬਦਲਵਾਨਾ ਹੈ, ਹੁਣ ਆਪਾਂ ਮੰਨ ਕੇ ਚੱਲਾਂਗੇ ਵੀ ਕੀਮਤ 'ਚ ਕੋਈ ਬਦਲਾਵ ਨਹੀਂ ਹੁੰਦਾ। ਮਤਲਬ ਕੀਮਤ ਉਨੀ ਹੈ
ਜੋ ਮੰਗ ਬਦਲੇਗੀ ਉਹ ਕੀਮਤ ਕਰਕੇ ਨਹੀਂ ਬਦਲੇਗੀ, ਉਹ ਬਦਲੇਗੀ ਬਾਕੀ ਤੱਤਾਂ ਕਰਕੇ। ਮਤਲਬ ਹੁਣ ਕੀਮਤ ਨਾਲ ਕੋਈ ਛੇੜਖਾਨੀ ਨਹੀਂ, ਕੀਮਤ ਓਨੀ ਦੀ ਓਨੀ ਰੱਖਾਂਗੇ, ਮੰਗ ਨੂੰ ਬਦਲਾਂਗੇ, ਕਿੰਨੇ ਕਰਕੇ ਬਦਲਾਂਗੇ, ਬਾਕੀ ਸਾਰੇ ਤੱਤਾਂ ਕਰਕੇ ਬਦਲਾਂਗੇ। ਉਹਦੇ ਤੋਂ ਕੀ ਹੁੰਦਾ ਹੈ, ਆਪਣੇ ਸਾਹਮਣੇ ਫਿਰ ਦੋ ਆਪਣੇ ਕੋਲ ਕਨਸੈਪਟ ਆ ਜਾਂਦੇ ਨੇ। ਉਹ ਕਿਹੜੇ ਨੇ, ਇੱਕ ਆਂਦਾ ਹੈ ਉਹਨੂੰ ਆਪਾਂ ਕਹਿੰਦੇ ਆ ਮੰਗ ਵਿੱਚ ਵਾਧਾ, ਇੱਕ ਆਂਦਾ ਹੈ ਉਹਨੂੰ ਆਪਾਂ ਕਹਿੰਦੇ ਆ ਮੰਗ ਵਿੱਚ ਕਮੀ। ਠੀਕ ਹੈ, ਨਾਮ ਤੋਂ ਕਲੀਅਰ ਕਰੋ। ਕਹਿੰਦਾ ਮੰਗ ਵਿੱਚ ਵਾਧਾ, ਮੰਗ ਵਧੀ ਹੈ, ਮੰਗ ਵਧੀ ਹੈ ਪਰ ਕੀਮਤ ਕਰਕੇ ਨਹੀਂ ਵਧੀ, ਮੰਗ ਵਧੀ ਹੈ ਬਾਕੀ ਤੱਤਾਂ ਕਰਕੇ। ਠੀਕ ਹੈ, ਹੁਣ ਕੀਮਤ ਨੂੰ ਓਨੇ ਦਾ ਓਨਾ ਹੀ ਰੱਖਿਆ ਜੇ। ਜਿਵੇਂ ਇੱਥੇ ਲਿਖ ਲਈ ਕੀਮਤ, ਇੱਥੇ ਲਿਖ ਲਈ ਮੰਗ। ਮੰਨ ਲਓ ਮੈਂ ਕਹਾਂ ਵੀ ਸ਼ੁਰੂਆਤ ਦੇ ਵਿੱਚ ਕੀਮਤ ਸੀ 3 ਤਾਂ ਮੰਗ ਸੀ 3। ਹੁਣ ਆਪਾਂ ਕੀਮਤ ਤਾਂ ਬਦਲਣੀ ਨਹੀਂ, ਉਹ ਤਾਂ ਆਪਾਂ ਓਨੀ ਦੀ ਓਨੀ ਰੱਖਣੀ ਹੈ, ਕਿਉਂਕਿ ਜੇ ਆਪਾਂ ਕੀਮਤ ਬਦਲਤੀ ਤਾਂ ਫਿਰ ਆਪਾਂ ਕਿੱਧਰ ਪਹੁੰਚ ਜਾਾਂਗੇ, ਫਿਰ ਤਾਂ ਆਪਾਂ ਮੰਗ ਵਿੱਚ ਵਿਸਥਾਰ ਵਿੱਚ ਪਹੁੰਚ ਜਾਾਂਗੇ। ਆਪਾਂ ਕਿਹਾ ਵੀ ਆਪਾਂ ਮੰਗ ਵਿੱਚ ਵਾਧਾ ਕਰਨਾ ਹੈ, ਮੰਗ ਇੱਥੇ 3 ਹੈ, ਇੱਥੇ ਆਪਾਂ ਵਧਾ ਕੇ ਲਿਖਣੀ ਹੈ। ਹੁਣ 3 ਤੋਂ ਕਿੰਨੀ ਵਧਾ ਕੇ ਲਿਖਣੀ ਹੈ, ਤੁਹਾਡੀ ਮਰਜ਼ੀ ਹੈ, ਜਿੰਨੀ ਮਰਜ਼ੀ ਲਿਖ ਲਿਆ ਜੇ। 4 ਲਿਖੋ, 5 ਲਿਖੋ, 6 ਲਿਖੋ, 20 ਲਿਖੋ, 100 ਲਿਖੋ, ਜੋ ਮਰਜ਼ੀ ਲਿਖੋ, ਜੋ ਤੁਹਾਡਾ ਦਿਲ ਕਰਦਾ ਲਿਖੋ, ਪਰ ਧਿਆਨ ਰੱਖਣਾ 3 ਤੋਂ ਜ਼ਿਆਦਾ ਲਿਖਿਆ ਜੇ। ਠੀਕ ਹੈ, ਹੁਣ ਮੰਗ ਵਧਾ ਕੇ ਕਰਤੀ ਮੈਂ ਇੱਥੇ ਮੰਨ ਲਓ 4 ਤਾਂ ਮੰਗ ਵੱਧ ਗਈ। ਪਹਿਲਾਂ ਮੰਗ ਸੀ 3, ਹੁਣ ਮੰਗ ਹੈ 4, ਪਰ ਜਿਹੜੀ ਮੰਗ ਵਧੀ ਹੈ ਨਾ ਉਹ ਕੀਮਤ ਕਰਕੇ ਨਹੀਂ ਵਧੀ। ਕਿਉਂ, ਕੀਮਤ ਤਾਂ 3 ਦੀ 3 ਹੀ ਹੈ। ਜੇ ਮੰਗ ਕੀਮਤ ਕਰਕੇ ਵਧੀ ਹੁੰਦੀ ਤਾਂ ਫਿਰ ਕੀ ਹੁੰਦਾ, ਇੱਥੇ ਕੀਮਤ ਘਟੀ ਹੁੰਦੀ, ਇੱਥੇ ਕੀਮਤ 2 ਹੋਈ ਹੁੰਦੀ, ਪਰ ਮੈਂ ਕਿਹਾ ਕੀਮਤ ਤਾਂ 2 ਹੈ ਹੀ ਨਹੀਂ, ਕੀਮਤ ਤਾਂ 3 ਦੀ 3 ਹੈ, ਯਾਨੀ ਕੀਮਤ ਵਿੱਚ ਕੁਝ ਬਦਲਾਵ ਨਹੀਂ ਹੋਇਆ, ਕੀਮਤ ਉਨੀ ਦੀ ਉਨੀ ਹੀ ਹੈ, ਪਰ ਫਿਰ ਵੀ ਮੰਗ ਵੱਧ ਗਈ। ਇਹਦਾ ਮਤਲਬ ਕੀ ਹੈ ਵੀ ਜਿਹੜੀ ਮੰਗ ਵਧੀ ਹੈ ਉਹ ਕੀਮਤ ਕਰਕੇ ਨਹੀਂ ਵਧੀ। ਠੀਕ ਹੈ, ਉਸ ਵਸਤੂ ਦੀ ਆਦੀ ਕੀਮਤ ਕਰਕੇ ਮੰਗ ਨਹੀਂ ਬਦਲੀ ਹੈ, ਮੰਗ ਬਦਲੀ ਹੈ ਬਾਕੀ ਸਾਰੇ ਤੱਤਾਂ ਕਰਕੇ। ਹੋ ਸਕਦਾ ਹੈ ਵੀ ਉਪਭੋਗਤਾ ਦੀ ਆਮਦਨ ਵੱਧ ਗਈ ਹੋਵੇ, ਉਹਦੇ ਕੋਲ ਪੈਸੇ ਜ਼ਿਆਦਾ ਆ ਗਏ ਹੋਣ ਤਾਂ ਉਹਨੇ ਮੰਗ ਜ਼ਿਆਦਾ ਕਰਨੀ ਸ਼ੁਰੂ ਕਰਤੀ ਹੋਵੇ। ਹੋ ਸਕਦਾ ਹੈ ਵੀ ਉਹਨੂੰ ਚੀਜ਼ ਪਹਿਲਾਂ ਚੰਗੀ ਨਾ ਲੱਗਦੀ ਹੋਵੇ, ਹੁਣ ਉਹਨੂੰ ਚੰਗੀ ਲੱਗਣੀ ਸ਼ੁਰੂ ਹੋ ਗਈ ਹੋਵੇ, ਉਹਨੇ ਤਾਂ ਮੰਗ ਜ਼ਿਆਦਾ ਕਰਤੀ ਹੋਵੇ। ਹੋ ਸਕਦਾ ਹੈ ਕਿ ਉਸ ਬੰਦੇ ਨੂੰ ਉਸ ਚੀਜ਼ ਦੀ ਆਦਤ ਪੈ ਗਈ ਹੋਵੇ, ਠੀਕ ਹੈ, ਤਾਂ ਉਹਨੇ ਮੰਗ ਜ਼ਿਆਦਾ ਕਰਨੀ ਸ਼ੁਰੂ ਕਰ ਦਿੱਤੀ ਹੋਵੇ। ਹੋ ਸਕਦਾ ਹੈ ਵੀ ਸਰਕਾਰ ਨੇ ਟੈਕਸ ਘਟਾਤਾ ਹੋਵੇ, ਹੋ ਸਕਦਾ ਹੈ ਸਰਕਾਰ ਨੇ ਉਹ ਚੀਜ਼ ਫ੍ਰੀ ਵੰਡਣੀ ਸ਼ੁਰੂ ਕਰਤੀ ਹੋਵੇ, ਕੁਝ ਮਰਜ਼ੀ ਕਰ ਦਿੱਤਾ ਹੋਵੇ। ਮਤਲਬ ਕੀ ਹੋਇਆ ਵੀ ਮੰਗ ਜਿਹੜੀ ਹੈ ਉਹ ਪਹਿਲਾਂ ਨਾਲੋਂ ਵੱਧ ਗਈ, ਪਰ ਇਹ ਵੀ ਗੱਲ ਪੱਕੀ ਹੈ ਵੀ ਜਿਹੜੀ ਮੰਗ ਵਧੀ ਹੈ ਨਾ ਉਹ ਉਸ ਵਸਤੂ ਦੀ ਆਪਦੀ ਕੀਮਤ ਕਰਕੇ ਨਹੀਂ ਵਧੀ, ਉਹ ਜਿਹੜੀ ਮੰਗ ਵਧੀ ਹੈ ਉਹ ਬਾਕੀ ਤੱਤਾਂ ਕਰਕੇ ਵਧੀ ਹੈ। ਬਾਕੀ ਤੱਤ ਕੁਝ ਮਰਜ਼ੀ ਹੋ ਸਕਦੇ ਨੇ। ਠੀਕ, ਹੁਣ ਅਗਰ ਆਪਾਂ ਇਹਦੀ ਡਾਇਗਰਾਮ ਬਣਾਈਏ, ਮੈਂ ਤੁਹਾਨੂੰ ਪਿਛਲੇ ਜਿਹੜਾ ਆਪਾਂ ਕੀਤਾ ਸੀ ਮੰਗ ਵਿੱਚ ਵਿਸਥਾਰ, ਮੰਗ ਵਿੱਚ ਸੰਕੁਚਨ, ਮੈਂ ਵਾਰੀ-ਵਾਰੀ ਬੋਲਦਾ ਪਿਆ ਸੀ ਵੀ ਇਹਦੇ ਵਿੱਚ ਕੀ ਹੋਏਗਾ, ਉਪਭੋਗਤਾ ਇੱਕੋ ਮੰਗ ਵਕਰ ਤੇ ਰਹੇਗਾ, ਇੱਕੋ ਮੰਗ ਵਕਰ ਤੇ ਰਹੇਗਾ, ਹੇਠਾਂ ਵਾਲੇ ਪੁਆਇੰਟ ਤੋਂ ਉੱਤੇ ਵਾਲੇ ਪੁਆਇੰਟ ਤੇ ਜਾਏਗਾ, ਉੱਤੇ ਵਾਲੇ ਪੁਆਇੰਟ ਤੋਂ ਹੇਠਾਂ ਵਾਲੇ ਪੁਆਇੰਟ ਤੇ ਆਏਗਾ। ਉਹ ਜੋ ਮੈਂ ਬੋਲ ਰਿਹਾ ਸੀ ਵੀ ਜਿਹੜਾ ਉਪਭੋਗਤਾ ਹੈ ਇੱਕੋ ਮੰਗ ਵਕਰ ਤੇ ਰਹੇਗਾ, ਇੱਕੋ ਮੰਗ ਵਕਰ ਤੇ ਰਹੇਗਾ। ਕਿਉਂ ਬੋਲਦਾ ਪਿਆ ਸੀ, ਇਸ ਕਰਕੇ ਬੋਲਦਾ ਪਿਆ ਸੀ ਕਿਉਂਕਿ ਇਹਦੇ ਚ ਉਪਭੋਗਤਾ ਇੱਕ ਮੰਗ ਵਕਰ ਤੇ ਨਹੀਂ ਰਹੇਗਾ। ਕਿਉਂ ਨਹੀਂ ਰਹੇਗਾ, ਹੁਣ ਆਪਾਂ ਦੇਖਦੇ ਹਾਂ। इधर आप की करते हैं, एक्स एक्सिस ते लेने मंग ते वाई एक्सिस ते लेने आप कीमत। ठीक है, मंग है 1 2 3 ते 4, 2 3 ते 4, 1 2 3 4। शुरुआत देखो, कीमत 3 है, मंग 3 है, तो कीमत लो 3 तो मंग भी लो 3। आ तुहाडा आ गया ए पॉइंट, आ गया। ए पॉइंट के मुताबिक तुहाडी मंग वक्र जिहड़ी है वो है आ डी डी। आ तुहाडी शुरुआती मंग वक्र है डी डी बन गई। हुण की होया, हुण अगला पॉइंट अगर मैं लगावा ना तो वो की लगता है, वो कहता है कीमत 3 ही है, कीमत 3 ही रखनी है। 3 रुपए कीमत ते मंग कितनी हो गई है, 4 हो गई है। मतलब कीमत 3 ही रखो, की कर दियो, मंग कर दियो 4, यानी कि कित्थे आ जाओ, बी पॉइंट ते आ जाओ। ਹੁਣ ਸੋਚੋ, ਹੁਣ ਕੀ A ਤੇ B ਇੱਕੋ ਮੰਗ ਵਕਰ ਤੇ ਆ ਜਾਣਗੇ। ਅਗਰ ਮੈਂ ਆ DD ਜਿਹੜੀ ਮੇਰੀ ਥੱਲੇ ਚੱਲੀ ਹੈ, ਮੈਂ ਸੋਚਾਂ ਵੀ DD ਨੂੰ ਮੈਂ ਇਸ ਤਰ੍ਹਾਂ ਸੈੱਟ ਕਰਾਂ ਵੀ ਇਹ A ਤੇ B ਜਿਹੜੇ ਨੇ ਇਹ ਦੋਨੋਂ ਪੁਆਇੰਟ ਇੱਕੋ ਮੰਗ ਵਕਰ DD ਤੇ ਆ ਜਾਣ, ਪੋਸੀਬਲ ਹੀ ਨਹੀਂ ਹੈਗਾ। ਕੀ ਕਰਨਾ ਪਏਗਾ, ਆਪਾਂ ਨੂੰ ਇੱਕ ਹੋਰ ਮੰਗ ਵਕਰ ਜਿਹੜੀ ਹੈ ਉਹ ਲੈ ਕੇ ਆਣੀ ਪਏਗੀ, ਕਿਹੜੀ D1 D1।
यानी ए पॉइंट वास्ते मंग वक्र अलग होएगी, बी पॉइंट वास्ते मंग वक्र अलग होएगी। ਜਿਹੜੀ ਨਵੀਂ ਮੰਗ ਵਕਰ ਬਣੀ D1 पुरानी मंग वक्र तो की बनेगी सज्जे पासे वाल बनेगी, ਜਿਹੜੀ की दिखा रही है मंग विच होने वाला वाधा दिखा रही है। यानी जदों मंग विच वाधा होएगा, ठीक है, ਜਿਹੜਾ ਉਪਭੋਗਤਾ ਹੈ ਨਾ ਉਹ ਇੱਕ ਮੰਗ ਵਕਰ ਤੇ ਨਹੀਂ ਰਹੇਗਾ, ਪੁਰਾਣੀ ਮੰਗ ਵਕਰ ਡੀਡੀ ਤੇ ਨਹੀਂ ਰਹੇਗਾ, ਜਿਵੇਂ ਕਿ ਉਹ ਮੰਗ ਵਿੱਚ ਸੰਕੁਚਨ ਤੇ ਮੰਗ ਵਿੱਚ ਵਿਸਥਾਰ ਦੇ ਵਿੱਚ ਰਿਹਾ ਸੀ। ਇੱਕੋ ਹੀ ਮੰਗ ਵਕਰ ਬਣਾਈ ਸੀ ਡੀਡੀ, ਉਹਦੇ ਉੱਪਰ ਹੀ ਘੁੰਮ ਰਿਹਾ ਸੀ। ਤਾਂ ਇਹ ਕਿਹਾ ਸੀ ਕੀ ਚੀਜ਼ ਹੈ, ਮੂਵਮੈਂਟ ਅਲੋਂਗ ਅ ਡਿਮਾਂਡ ਕਰਵ ਹੈ। ਇੱਕੋ ਹੀ ਮੰਗ ਵਕਰ ਤੇ ਘੁੰਮੇਗਾ, ਇਹਦੇ ਚ ਇੱਕ ਮੰਗ ਵਕਰ ਤੇ ਨਹੀਂ ਘੁੰਮੇਗਾ, ਬਲਕਿ ਇੱਕ ਮੰਗ ਵਕਰ ਨੂੰ ਛੱਡ ਕੇ ਦੂਜੀ ਮੰਗ ਵਕਰ ਤੇ ਚਲਾ ਜਾਏਗਾ। ਕਿਉਂ ਚਲਾ ਜਾਏਗਾ ਆਪਾਂ ਹੁਣੇ ਥੋੜੀ ਦੇਰ ਤੱਕ ਉਹਦੀ ਗੱਲ ਕਰਾਂਗੇ। ਹੋਏਗਾ ਕਿ ਦੇਖੋ ਕੋਸ਼ਿਸ਼ ਵੀ ਕਰੋਗੇ ਨਾ ਤਾਂ ਵੀ A ਤੇ B ਜਿਹੜੇ ਨੇ ਇਹ ਇੱਕੋ ਮੰਗ ਵਕਰ ਤੇ ਨਹੀਂ ਆ ਸਕਦੇ, ਦੋਨਾਂ ਵਾਸਤੇ ਅਲੱਗ-ਅਲੱਗ ਮੰਗ ਵਕਰ ਬਣਾਣੀ ਪਏਗੀ। ਤਾਂ ਇਹ ਹੋਏਗਾ ਮੰਗ ਵਿੱਚ ਵਾਧਾ, ਕਿੰਦੇ ਕਰਕੇ ਹੋਏਗਾ, ਵਸਤੂ ਦੀ आवधि ਕੀਮਤ ਕਰਕੇ ਨਹੀਂ ਹੋਏਗਾ, ਕਿਉਂਕਿ ਕੀਮਤ ਤਾਂ ਆਪਾਂ ਬਦਲੀ ਨਹੀਂ, ਕੀਮਤ ਤਾਂ ਆਪਾਂ 3 ਦੀ 3 ਹੀ ਰੱਖੀ ਹੈ। ਆਪਾਂ ਕੀ ਕੀਤਾ, ਪਹਿਲਾਂ ਮੰਗ 3 ਸੀ, ਹੁਣ ਵਧਾ ਕੇ 4 ਕਰਤੀ। ਪਹਿਲਾਂ ਮੰਗ ਵਕਰ dd ਸੀ, ਹੁਣ ਵੱਧ ਕੇ ਕਿੰਨੀ ਹੋ ਗਈ, d1 ਹੋ ਗਈ। ਪਰ ਹੁਣ ਇੱਥੇ ਇੱਕ ਪੁਆਇੰਟ ਹੋਰ ਯਾਦ ਰੱਖਿਆ ਜੇ ਵੀ ਜਿਹੜੀ ਆ ਨਵੀਂ ਮੰਗ ਵਕਰ d1 ਬਣਾਣੀ ਹੈ, ਇਹ ਕੀ ਕਰਨਾ ਹੈ, ਇਹ ਪੁਰਾਣੀ ਮੰਗ ਵਕਰ ਜਿਹੜੀ ਤੁਹਾਡੀ ਡੀਡੀ ਸੀ ਨਾ, ਜਿਹੜੀ ਬਲੈਕ ਕਲਰ ਵਾਲੀ ਨਜ਼ਰ ਆ ਰਹੀ ਹੈ, ਇਹਦੇ ਬਿਲਕੁਲ ਪੈਰਲਲ ਬਣਾਣੀ ਹੈ, ਬਿਲਕੁਲ ਸਮਾਨਾਂਤਰ ਬਣਾਣੀ ਹੈ। मतलब ਦੋਨਾਂ ਦਾ ਫਾਸਲਾ ਜਿਹੜਾ ਹੈ ਉਹ ਬਰਾਬਰ ਰਹਿਣਾ ਚਾਹੀਦਾ ਹੈ। ਯਾਨੀ ਹੁਣ ਆਪਣੇ ਕੋਲ ਕੀ ਹੋ ਗਿਆ, ਆਪਣੇ ਕੋਲ ਦੋ ਕੁਐਸਚਨ ਅਰਾਈਜ਼ ਹੋਏ। ਪਹਿਲਾ ਕੁਐਸਚਨ ਤਾਂ ਇਹ ਪੈਦਾ ਹੋਇਆ ਵੀ ਜਦੋਂ ਮੰਗ ਵਿੱਚ ਵਾਧਾ ਹੁੰਦਾ ਹੈ ਤਾਂ ਇੱਕ ਉਪਭੋਗਤਾ ਇੱਕ ਮੰਗ ਵਕਰ ਨੂੰ ਛੱਡ ਕੇ ਦੂਜੀ ਮੰਗ ਵਕਰ ਤੇ ਕਿਉਂ ਜਾਂਦਾ ਹੈ, ਪਹਿਲਾ ਕੁਐਸਚਨ। दूसरा क्वेश्चन ये होया भी चलो दूजी मंग वक्र ते चला ता गया, पर जेड़ा ये दो मंग वक्र दा विचकार दा फासला है, ये फासला बराबर क्यों रहंदा है, ये दो मंग वक्र जेड़ियां ने ओ समानांतर क्यों बनदियां ने, पैरेलल क्यों बनदियां ने। ये दो क्वेश्चन आपां पेंडिंग छड्ड रहे हां, ये आपां थोड़ी देर तक देखांगे, ठीक है। हुण आपां आने दूजे पासे है वो है मंग विच कमी। तां कमी दा मतलब की होया भी आपां पहला नालों मंग नूं हुण की कर देना, घटा देना। ਤਾਂ ਆਪਾਂ ਸ਼ੁਰੂਆਤ ਚ ਮੰਨ ਲੈਂਦੇ ਆ ਵੀ ਆਪਣੀ ਕੀਮਤ 3 ਰੁਪਏ ਹੈ ਤਾਂ ਮੰਗ ਵੀ 3 ਹੈ। ਹੁਣ ਉਹ ਕਹਿੰਦਾ ਹੈ ਵੀ ਮੰਗ ਨੂੰ ਘਟਾਣਾ ਹੈ, ਯਾਨੀ ਹੁਣ ਤੁਸੀਂ ਕੀ ਕਰਨਾ ਹੈ, ਤੇ ਮੰਗ 3 ਲਿਖੀ ਹੋਈ ਹੈ ਨਾ, 3 ਤੋਂ ਕੁਝ ਘੱਟ ਲਿਖਣਾ ਹੈ। ਹੁਣ ਕਿੰਨਾ ਘੱਟ ਲਿਖਣਾ ਹੈ ਤੁਹਾਡੀ ਮਰਜ਼ੀ ਹੈ, ਤੁਸੀਂ ਭਾਵੇਂ 2.5 ਲਿਖੋ, ਭਾਵੇਂ ਤੁਸੀਂ ਜਿਹੜਾ 2 ਲਿਖੋ, 1.5 ਲਿਖੋ, 1 ਲਿਖੋ, ਤੁਹਾਡੀ ਮਰਜ਼ੀ ਹੈ। ਪਰ ਜੋ ਵੀ ਲਿਖਿਆ ਜੇ 3 ਨਾਲੋਂ ਘੱਟ ਲਿਖਿਆ ਜੇ, ਕਿਉਂਕਿ ਆਪਾਂ ਮੰਗ ਦੇ ਵਿੱਚ ਕੀ ਕਰਨੀ ਹੈ, ਕਮੀ ਕਰਨੀ ਹੈ। ਮੰਨ ਲਓ ਮੈਂ ਲਿਖਤਾ 2 ਤਾਂ ਮੰਗ ਘਟ ਗਈ, ਪਰ ਉਹ ਕਹਿੰਦਾ ਮੰਗ ਵਿੱਚ ਕਮੀ ਹੋਈ ਹੈ। ਜੋ ਮੰਗ ਵਿੱਚ ਕਮੀ ਹੁੰਦੀ ਹੈ ਉਹ ਆਪਦੀ ਕੀਮਤ ਕਰਕੇ ਨਹੀਂ ਹੁੰਦੀ, ਯਾਨੀ ਕੀਮਤ ਨੂੰ ਕੁਝ ਨਹੀਂ ਕਰਨਾ, ਕੀਮਤ ਓਨੀ ਦੀ ਓਨੀ ਰੱਖਣੀ ਹੈ। ਹੁਣ ਦੇਖੋ ਕੀਮਤ ਓਨੀ ਦੀ ਓਨੀ ਹੈ, ਯਾਨੀ ਅਗਰ ਹੁਣ ਮੰਗ 3 ਤੋਂ ਘਟ ਕੇ 2 ਹੋਈ ਹੈ ਨਾ, ਇੱਕ ਗੱਲ ਤਾਂ ਫਾਈਨਲ ਹੈ ਵੀ ਆਦੀ ਕੀਮਤ ਕਰਕੇ ਤਾਂ ਹੋਈ ਨਹੀਂ, ਕਿਉਂਕਿ ਜੇ ਆਦੀ ਕੀਮਤ ਕਰਕੇ ਹੋਈ ਹੁੰਦੀ ਤਾਂ ਕੀ ਹੁੰਦਾ, ਇੱਥੇ ਕੀਮਤ ਮੈਂ ਵਧਾ ਕੇ ਲਿਖੀ ਹੁੰਦੀ, ਪਰ ਕੀਮਤ ਤਾਂ ਮੈਂ ਵਧਾਈ ਨਹੀਂ, ਕੀਮਤ ਓਨੀ ਦੀ ਓਨੀ ਹੈ। फिर भी मंग घट गई, ਇਹਦਾ मतलब ਮੰਗ ਕਿਵੇਂ ਘਟੀ ਹੋਏਗੀ, ਮੰਗ ਘਟੀ ਹੋਏਗੀ ਬਾਕੀ ਚੀਜ਼ਾਂ ਕਰਕੇ। ਹੋ ਸਕਦਾ ਹੈ ਵੀ ਜਿਹੜਾ ਉਪਭੋਗਤਾ ਹੈ ਉਹਦੇ ਕੋਲ ਪੈਸੇ ਘਟ ਰਹਿ ਗਏ, ਹੁਣ ਆਮਦਨ ਘਟ ਗਈ ਹੋਵੇ ਉਹਦੀ। ਹੋ ਸਕਦਾ ਹੈ ਵੀ ਪਹਿਲਾਂ ਉਹਨੂੰ ਇੱਕ ਚੀਜ਼ ਚੰਗੀ ਲੱਗਦੀ ਹੋਵੇ, ਹੋ ਸਕਦਾ ਉਹ ਨਾ ਲੱਗਦੀ ਹੋਵੇ ਤਾਂ ਉਹਨੇ ਮੰਗ ਘਟ ਕਰਤੀ ਹੋਵੇ, ਠੀਕ ਹੈ। ਹੋ ਸਕਦਾ ਹੈ ਵੀ ਸਰਕਾਰ ਨੇ ਪਾਲਿਸੀ ਬਣਾਤੀ ਹੋਵੇ ਕਿ ਬਾਜ਼ਾਰ 'ਚ ਚੀਜ਼ ਆਣ ਹੀ ਨਹੀਂ ਦੇਣੀ, ਠੀਕ ਹੈ, ਤਾਂ ਹੋ ਸਕਦਾ ਹੈ ਮੰਗ ਘਟ ਗਈ ਹੋਵੇ, ਠੀਕ ਹੈ। ਹੋ ਸਕਦਾ ਹੈ ਵੀ ਕਿਸੇ ਟਾਈਮ ਤੇ ਫੈਸ਼ਨ ਚੱਲਦਾ ਹੋਵੇ, ਹੁਣ ਨਾ ਚੱਲਦਾ ਹੋਵੇ ਤਾਂ ਮੰਗ ਘਟ ਗਈ ਹੋਵੇ। यानी भावें कुछ मर्जी हो गया हो, एक चीज तो फाइनल है भी उस चीज की कीमत में कुछ नहीं होया, वो ओनी दी ओनी है। जो मंग घटी है वो किस करके घटी है, वो बाकी जो मर्जी हो गया होवे उनके करके घटी है। हुण की होएगा अगर आपां हुण इस चीज की डायग्राम बनाइए तां किवें बनेगी, उवें ही जो y एक्सिस है उनदे ते आपां कीमत लांगे, x एक्सिस जिहड़ा है उनदे ते आपां मंग लांगे, ठीक है। तां मंग है अपने कोल 1 2 3 4, कीमत है 1 2 3 4, ठीक है। तो शुरुआती पोजीशन लेने आ, कीमत 3 मंग 3, कीमत 3 ਲਈ ਇਧਰੋਂ ਕੀ ਕੀਤਾ, ਮੰਗ ਵੀ ਆਪਾਂ 3 ਲੈ ਲਈ, ਤਾਂ ਆਪਾਂ ਆ ਗਏ A ਪੁਆਇੰਟ ਤੇ। A ਪੁਆਇੰਟ ਦੇ ਮੁਤਾਬਿਕ ਆਪਣੀ ਮੰਗ ਵਕਰ, ਹੁਣ ਆਪਾਂ ਨੂੰ ਪਤਾ ਹੈ ਵੀ ਜਿਹੜੀ ਮੰਗ ਵਕਰ ਹੈ ਉਹ ਹੇਠਾਂ ਵੱਲ ਆਂਦੀ ਹੈ, ਠੀਕ ਹੈ, ਉਹਦੀ ਢਲਾਨ ਜਿਹੜੀ ਹੈ ऋणात्मक है, ਤਾਂ ਆਪਣੀ ਸ਼ੁਰੂਆਤੀ ਮੰਗ ਵਕਰ ਹੈ D, ਇਹ ਆਪਣੀ ਸ਼ੁਰੂਆਤੀ ਪੋਜੀਸ਼ਨ, ठीक है। हुण की होया, हुण देखो कीमत कहंदा 3 ही है, कीमत 3 ही रखनी है,
ਮੰਗ ਜਿਹੜੀ ਪਹਿਲਾਂ 3 ਸੀ ਹੁਣ ਕਿੰਨੀ ਹੋ ਗਈ 2, ਯਾਨੀ ਹੁਣ ਕੀ ਕਰਨਾ ਹੈ ਕੀਮਤ 3 ਹੀ ਰੱਖੋ, ਮੰਗ ਕਿੰਨੀ ਕਰ ਦਿਓ 2, ਯਾਨੀ ਹੁਣ ਆ ਜਾਓ ਇਸ B ਪੁਆਇੰਟ ਤੇ। ਹੁਣ ਇਸ B ਪੁਆਇੰਟ ਤੇ A ਪੁਆਇੰਟ ਨੂੰ ਕੋਸ਼ਿਸ਼ ਕਰੋ ਵੀ ਕੀ A ਤੇ B ਪੁਆਇੰਟ ਇੱਕੋ ਮੰਗ ਵਕਰ ਤੇ ਆ ਜਾਣਗੇ, ਆ ਹੀ ਨਹੀਂ ਸਕਦੇ, ਜਿੰਨਾ ਮਰਜ਼ੀ ਜ਼ੋਰ ਲਗਾ ਲੈਣਾ ਪੋਸੀਬਲ ਹੀ ਨਹੀਂ ਹੈ। ਕੀ ਕਰਨਾ ਪਏਗਾ, ਜਿਵੇਂ ਇੱਥੇ B ਪੁਆਇੰਟ ਵਾਸਤੇ ਇੱਕ ਨਵੀਂ ਮੰਗ ਵਕਰ ਲਿਆਣੀ ਪਈ ਸੀ ਨਾ, ਹੁਣ ਉੱਥੇ ਵੀ ਕੀ ਕਰਨਾ ਪਏਗਾ B ਪੁਆਇੰਟ ਵਾਸਤੇ ਇੱਕ ਨਵੀਂ ਮੰਗ ਵਕਰ ਲਿਆਣੀ ਪਏਗੀ। ਆ ਮੈਂ ਨਵੀਂ ਮੰਗ ਵਕਰ ਲੈ ਆਇਆ D1 D1, ਠੀਕ ਹੈ। ਹੁਣ ਚੈੱਕ ਕਰੋ ਇੱਧਰ ਕੀ ਹੋਇਆ ਸੀ, ਜਿਹੜੀ ਨਵੀਂ ਮੰਗ ਵਕਰ ਬਣੀ ਸੀ ਸੱਜੇ ਪਾਸੇ, ਇੱਧਰ ਨਵੀਂ ਮੰਗ ਵਕਰ ਕਿੱਧਰ ਬਣੀ ਹੈ ਖੱਬੇ ਪਾਸੇ, ਯਾਨੀ ਪੁਰਾਣੀ ਮੰਗ ਵਕਰ ਦੇ ਹੇਠਾਂ। ਯਾਨੀ ਹੁਣ ਕੀ ਹੋਏਗਾ ਦੋਨਾਂ ਦੇ ਵਿੱਚ ਦੇਖੋ ਕੀ ਹੋਇਆ ਵੀ ਮੰਗ ਵਿੱਚ ਵਾਧਾ ਹੋਇਆ, ਮੰਗ ਵਿੱਚ ਕਮੀ ਹੋਈ, ਕੀਮਤ ਵਿੱਚ ਕੋਈ ਬਦਲਾਵ ਨਹੀਂ ਕਰਨਾ, ਕੀਮਤ ਓਨੀ ਦੀ ਓਨੀ ਰੱਖਣੀ ਹੈ। ਇੱਥੇ ਕੀ ਕਰਨਾ ਹੈ ਮੰਗ ਨੂੰ ਵਧਾ ਕੇ ਲਿਖ ਦੇਣਾ ਹੈ, ਇੱਧਰ ਮੰਗ ਨੂੰ ਘਟਾ ਕੇ ਲਿਖ ਦੇਣਾ ਹੈ। ਇੱਧਰ ਕੀ ਹੋਏਗਾ ਦੇਖੋ ਇੱਧਰ ਵੀ ਕੀ ਹੈ ਮੰਗ ਵਕਰ DD, ਮੰਗ ਵਕਰ DD ਜਿਹੜੀ ਬਲੈਕ ਕਲਰ ਚ ਬਣਾਈ ਹੈ ਇਹ ਆਪਣੀ ਸ਼ੁਰੂਆਤੀ ਪੋਜੀਸ਼ਨ ਹੋਗੀ। ਇੱਧਰ ਕੀ ਹੋਏਗਾ ਜਿਹੜੀ ਨਵੀਂ ਮੰਗ ਵਕਰ ਬਣੇਗੀ ਉਹ ਬਣੇਗੀ ਪੁਰਾਣੀ ਦੇ ਸੱਜੇ ਪਾਸੇ, ਇੱਧਰ ਨਵੀਂ ਬਣੇਗੀ ਪੁਰਾਣੀ ਦੇ ਖੱਬੇ ਪਾਸੇ। ਪਰ ਇੱਧਰ ਵੀ ਜਿਹੜੀ ਨਵੀਂ ਬਣੇਗੀ ਤੇ ਪੁਰਾਣੀ ਬਣੇਗੀ ਉਹ ਸਮਾਨਾਂਤਰ ਹੋਣਗੇ, ਇੱਧਰ ਵੀ ਨਵੀਂ ਤੇ ਪੁਰਾਣੀ ਕੀ ਹੋਏਗਾ ਸਮਾਨਾਂਤਰ ਹੋਣਗੇ। ਮਤਲਬ ਦੋਨਾਂ ਦਾ ਜਿਹੜਾ ਫਾਸਲਾ ਹੈ ਉਹ ਬਦਲਣਾ ਨਹੀਂ ਚਾਹੀਦਾ, ਦੋਨਾਂ ਦਾ ਫਾਸਲਾ ਉਹਨੇ ਦਾ ਉਹਨਾਂ ਰਹਿਣਾ ਚਾਹੀਦਾ ਹੈ, ਕਿਸੇ ਤਰ੍ਹਾਂ ਦਾ ਬਦਲਾਵ ਨਹੀਂ ਆਣਾ ਚਾਹੀਦਾ। ਯਾਨੀ ਹੁਣ ਜਦੋਂ ਆਪਾਂ ਮੰਗ ਵਿੱਚ ਸੰਕੁਚਨ ਤੇ ਮੰਗ ਵਿੱਚ ਵਿਸਥਾਰ ਦੀ ਗੱਲ ਕਰਦੇ ਆ, ਉਹਦੇ ਵਿੱਚ ਕੀ ਹੁੰਦਾ ਹੈ ਉਪਭੋਗਤਾ ਜਿਹੜਾ ਇੱਕੋ ਮੰਗ ਵਕਰ ਤੇ ਰਹਿੰਦਾ ਹੈ, ਉੱਪਰ ਵਾਲੇ ਪੁਆਇੰਟ ਤੋਂ ਹੇਠਾਂ ਵਾਲੇ ਪੁਆਇੰਟ ਤੇ ਜਾਂਦਾ ਹੈ, ਠੀਕ ਹੈ, ਜਾਂ ਹੇਠਾਂ ਵਾਲੇ ਪੁਆਇੰਟ ਤੋਂ ਉੱਤੇ ਵਾਲੇ ਪੁਆਇੰਟ ਤੇ ਜਾਂਦਾ ਹੈ। ਪਰ ਜਦੋਂ ਮੰਗ ਵਿੱਚ ਵਾਧਾ ਹੁੰਦਾ ਹੈ, ਮੰਗ ਵਿੱਚ ਕਮੀ ਹੁੰਦੀ ਹੈ, ਉਪਭੋਗਤਾ ਇੱਕ ਮੰਗ ਵਕਰ ਤੇ ਨਹੀਂ ਰਹਿੰਦਾ, ਉਹ ਜਾਂ ਤਾਂ ਸੱਜੇ ਪਾਸੇ ਨਵੀਂ ਮੰਗ ਵਕਰ ਤੇ ਚਲਾ ਜਾਂਦਾ ਹੈ ਜਾਂ ਖੱਬੇ ਪਾਸੇ ਨਵੀਂ ਮੰਗ ਵਕਰ ਤੇ ਚਲਾ ਆਂਦਾ ਹੈ। ਇਸ ਕਰਕੇ ਹੀ ਇਹਨੂੰ ਆਪਾਂ ਕਹਿੰਦੇ ਆ ਸ਼ਿਫਟਿੰਗ ਆਫ ਡਿਮਾਂਡ ਕਰਵ, यानी ਜਿਹੜੀ ਡਿਮਾਂਡ ਕਰਵ ਹੈ ਜਿਹੜੀ ਮੰਗ ਵਕਰ ਹੈ ਉਹਦਾ ਕੀ ਹੋ ਜਾਣਾ ਸ਼ਿਫਟ ਹੋ ਜਾਣਾ। ਸ਼ਿਫਟ ਕਿੱਧਰ ਹੋ ਜਾਣਾ ਜਾਂ ਤਾਂ ਸੱਜੇ ਪਾਸੇ ਹੋ ਜਾਣਾ ਜਾਂ ਖੱਬੇ ਪਾਸੇ ਹੋ ਜਾਣਾ। ਇਸ ਕਰਕੇ ਉਹਨੂੰ ਆਪਾਂ ਕਹਿੰਦੇ ਆ ਮੂਵਮੈਂਟ ਅਲੋਂਗ ਅ ਡਿਮਾਂਡ ਕਰਵ, ਇਹਨੂੰ ਆਪਾਂ ਕਹਿੰਦੇ ਆ ਸ਼ਿਫਟਿੰਗ ਆਫ ਡਿਮਾਂਡ ਕਰਵ। ਯਾਨੀ ਇਹਦੇ ਵਿੱਚ ਕੀ ਹੋਏਗਾ ਜਿਹੜੀ ਆਪਣੀ ਮੰਗ ਵਕਰ ਹੈ ਉਹ ਸ਼ਿਫਟ ਕਰੇਗੀ ਮਤਲਬ ਨਵੀਂ ਮੰਗ ਵਕਰ ਆਏਗੀ। ਪਰ ਜਦੋਂ ਆਪਾਂ ਮੰਗ ਸੰਕੁਚਨ ਮੰਗ ਵਿੱਚ ਵਿਸਥਾਰ ਕੀਤਾ ਸੀ ਉਹਦੇ ਵਿੱਚ ਨਵੀਂ ਮੰਗ ਵਕਰ ਨਹੀਂ ਆਂਦੀ, ਆਪਾਂ ਇੱਕੋ ਹੀ ਮੰਗ ਵਕਰ ਨਾਲ ਸਾਰ ਲੈਂਦੇ ਆ। ਸਿਰ ਯਾਨੀ ਕੀ ਹੁੰਦਾ ਹੈ ਉੱਤੇ ਵਾਲੇ ਪੁਆਇੰਟ ਤੋਂ ਹੇਠਾਂ ਵਾਲੇ ਪੁਆਇੰਟ ਤੇ ਚਲੇ ਜਾਂਦੇ ਆ, ਇਹ ਹੇਠਾਂ ਵਾਲੇ ਪੁਆਇੰਟ ਤੋਂ ਉੱਤੇ ਵਾਲੇ ਪੁਆਇੰਟ ਤੇ ਚਲੇ ਜਾਂਦੇ ਆ, ਨਵੀਂ ਮੰਗ ਵਕਰ ਦੀ ਲੋੜ ਹੀ ਨਹੀਂ ਪੈਂਦੀ। ਪਰ ਜਦੋਂ ਮੰਗ ਵਿੱਚ ਵਾਧਾ ਮੰਗ ਵਿੱਚ ਕਮੀ ਹੋਣਗੇ ਨਵੀਂ ਮੰਗ ਵਕਰ ਦੀ ਲੋੜ ਪਏਗੀ। ਠੀਕ ਹੈ, ਇੱਕ ਨਵੀਂ ਮੰਗ ਵਕਰ ਆਏਗੀ। ਹੁਣ ਜਿਹੜੀ ਨਵੀਂ ਆਏਗੀ ਜਾਂ ਤਾਂ ਸੱਜੇ ਪਾਸੇ ਆਏਗੀ ਜਾਂ ਖੱਬੇ ਪਾਸੇ ਆਏਗੀ। ਜੇ ਮੰਗ ਵਧੇਗੀ ਤਾਂ ਸੱਜੇ ਪਾਸੇ ਆਏਗੀ, ਮੰਗ ਘਟੇਗੀ ਤਾਂ ਖੱਬੇ ਪਾਸੇ ਆਏਗੀ। ਪਰ ਭਾਵੇਂ ਖੱਬੇ ਪਾਸੇ ਆਵੇ ਭਾਵੇਂ ਸੱਜੇ ਪਾਸੇ ਆਵੇ, ਜਿਹੜੇ ਪਾਸੇ ਵੀ ਆਏਗੀ ਸਮਾਨਾਂਤਰ ਆਏਗੀ ਪੈਰਲਲ। ਠੀਕ ਹੈ, ਤਾਂ ਹੁਣ ਆਪਣੇ ਦੋ ਕੁਐਸਚਨ ਜਿਹੜੇ ਨੇ ਉਹ ਪੈਂਡਿੰਗ ਨੇ। ਪਹਿਲਾ ਵੀ ਜਦੋਂ ਆਪਾਂ ਮੰਗ ਸੰਕੁਚਨ ਮੰਗ ਵਿੱਚ ਵਿਸਥਾਰ ਕਰਦੇ ਆ ਆਪਾਂ ਸੇਮ ਮੰਗ ਵਕਰ ਤੇ ਕਿਉਂ ਰਹਿੰਦੇ ਆ, ਉਦੋਂ ਦੂਜੀ ਮੰਗ ਵਕਰ ਦੀ ਲੋੜ ਕਿਉਂ ਨਹੀਂ ਪੈਂਦੀ, ਵਾਧੇ ਤੇ ਕਮੀ ਦੇ ਵਿੱਚ ਦੂਜੀ ਮੰਗ ਵਕਰ ਕਿਉਂ ਆ ਜਾਂਦੀ ਹੈ, ਪਹਿਲਾ ਕੁਐਸਚਨ। दूसरा क्वेश्चन ਜਿਹੜਾ ਆਪਣਾ ਪੈਂਡਿੰਗ ਹੈ ਉਹ ਇਹ ਹੈ ਵੀ ਜਿਹੜੀ ਇਹ ਨਵੀਂ ਮੰਗ ਵਕਰ ਆਂਦੀ ਹੈ ਉਹ ਸਮਾਨਾਂਤਰ ਹੀ ਕਿਉਂ ਆਂਦੀ ਹੈ, ਪੈਰਲਲ ਹੀ ਕਿਉਂ ਆਂਦੀ ਹੈ। ਇਹ ਦੋ ਕੁਐਸਚਨ ਦੇ ਆਨਸਰ ਜਿਹੜੇ ਨੇ ਉਹ ਆਪਾਂ ਆਪਣੇ ਅਗਲੇ ਲੈਕਚਰ ਚ ਲਾਂਗੇ, ਆਪਾਂ ਇਸ ਨੂੰ ਕੰਟੀਨਿਊ ਕਰਾਂਗੇ। ਇੱਕ ਤਾਂ ਆਪਾਂ ਦੋ ਕੁਐਸਚਨ ਦੇ ਆਨਸਰ ਲਾਂਗੇ। ਨੰਬਰ 2 ਆਪਾਂ ਦੇਖਾਂਗੇ ਕਿ ਆਪਾਂ ਕਿਹਾ ਵੀ ਮੰਗ ਵਿੱਚ ਵਾਧਾ ਜਿਹੜਾ ਹੈ ਉਹ ਕਿਸ ਕਰਕੇ ਹੁੰਦਾ ਹੈ, ਕੀਮਤ ਕਰਕੇ ਨਹੀਂ ਹੁੰਦਾ, ਬਾਕੀ ਤੱਤਾਂ ਕਰਕੇ ਹੁੰਦਾ। ਹੁਣ ਉਹ ਬਾਕੀ ਤੱਤ ਕਿਹੜੇ-ਕਿਹੜੇ ਨੇ ਉਹ ਡਿਸਕਸ ਕਰਾਂਗੇ। ਮੰਗ ਵਿੱਚ ਕਮੀ ਕਿੰਦੇ ਕਰਕੇ ਹੁੰਦੀ ਹੈ, ਕੀਮਤ ਕਰਕੇ ਨਹੀਂ ਹੁੰਦੀ, ਬਾਕੀ ਤੱਤਾਂ ਕਰਕੇ ਹੁੰਦੀ ਹੈ। ਹੁਣ ਬਾਕੀ ਤੱਤ ਕਿਹੜੇ-ਕਿਹੜੇ ਨੇ ਤਾਂ ਆਪਾਂ ਸਾਰੇ ਤੱਤਾਂ ਦੀ ਗੱਲ ਕਰਾਂਗੇ ਜਿਨ੍ਹਾਂ ਤੱਤਾਂ ਕਰਕੇ ਮੰਗ ਜਿਹੜੀ ਹੈ ਉਹ ਵੱਧਦੀ ਹੈ ਤੇ ਮੰਗ ਜਿਹੜੀ ਹੈ ਉਹ ਘਟਦੀ ਹੈ। ਇਹ ਆਪਣਾ ਅਗਲਾ ਲੈਕਚਰ ਰਹੇਗਾ। ਤਾਂ ਮਿਲਦੇ ਆ ਆਪਣੇ ਅਗਲੇ ਲੈਕਚਰ ਦੇ ਵਿੱਚ। ਅਗਰ ਕੋਈ ਡਾਊਟ ਹੋਵੇ ਤਾਂ ਉਹਨੂੰ ਜ਼ਰੂਰ ਕਮੈਂਟ ਬਾਕਸ 'ਚ ਲਿਖਿਆ ਜੇ। ਤਾਂ ਮਿਲਦੇ ਆ ਆਪਣੇ ਅਗਲੇ ਲੈਕਚਰ। ਟਿਲ ਦੈਨ ਇਟਸ ਥੈਂਕ ਯੂ ਫਰਮ ਮਾਈ ਸਾਈਡ, ਆਲ ਦ ਬੈਸਟ।